मित्र प्यारे हाल मुरीदा दा कहना। गुरु नानक पाद पंकज बंदन पाद पंकज बंद सिमरो अंगद दुख निकंदन। गुर अमरदास हृदय नित त्यावो हृदय नित त्यावो। श्री गुरु रामदास गुण गावो। गुर अर्जन विघ्नन के नासक विघ्नन के नासक। हर गोविंद शुभ सुमत प्रकाशक। श्री हर राय नमो कर जोरी नमो कर जोरी। श्री हर कृष्ण मनाओ बहोरी। गुर तेग बहादुर परम कृपा जी परम कृपाला। श्री गुरु गोविंद सिंह विसाला। तरो तरा पर पुन पुन सीसा जी पुन पुन सीसा। बंदो बार बार जगदीसा। एक ओंकार सतगुरु तेह प्रसाद सच होए। वाहेगुरु जी की फतेह है विघ्न विनाशन सोए। वाहेगुरु जी की फतेह है विघ्न विनाशन सोए। दोहरा फोटो जो मन साधको कियो लोहरो से कलाल। भेजियो बंदयन करन को सिंगन स्यो किछ सवाल। वाहिगुरु जी का खालसा वाहिगुरु जी की फतेह। जुग हो जुग अटल साहिब कमाल दीन दुनिया के वाली। गुरु शब्द अवतार सतगुरु धन धन श्री गुरु ग्रंथ साहिब जी महाराज। गरीब नवाज सच्चे पातशाह जी दी पावन पवित्र हजूरी अंदर जुड़ बैठी गुरु स्वरूप गुरु खालसा साध संगत जी। ਆਪ ਜੀ ਸਰਬੱਤ ਸੰਗਤਾਂ ਧੰਤਾ ਯੋਗ ਹੋ ਨਿਤਾਂ ਪ੍ਰਤ ਹਾਜ਼ਰੀਆਂ ਭਰ ਕੇ। ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਲੜੀਵਾਰ ਇਤਿਹਾਸ ਨੂੰ ਸਰਵਣ ਕਰ ਰਹੇ ਹੋ। ਪੰਥ ਦੇ ਮਹਾਨ ਕਵੀ ਜਨ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਤਿਨਾਂ ਦੀ ਮਹਾਨ ਰਚਨਾ ਸ੍ਰੀ ਪ੍ਰਾਚੀਨ ਗੁਰਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹਾਂ। ਕੱਲ ਦੇ ਜੋ ਪ੍ਰਕਰਨ ਆਪਾਂ ਸਰਵਣ ਕੀਤੇ ਸਨ, ਬੰਦਾਈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਕੱਤਰ ਹੋਏ। ਇਧਰ ਭਾਈ ਕਾਨ ਸਿੰਘ ਜੀ
ਲਾਹੌਰ ਦਰਬਾਰ ਦੇ ਨਾਲ ਉਹਨਾਂ ਨੇ ਸੁਲ੍ਹਾ ਕੀਤੀ ਤੇ ਅੰਮ੍ਰਿਤਸਰ ਸਾਹਿਬ ਦੀਵਾਲੀ ਦਾ ਮੇਲਾ ਮਨਾਉਣ ਦਾ ਫੈਸਲਾ ਕੀਤਾ ਤੇ 10,000 ਟਕੇ ਮੁਕਰਰ ਕੀਤੇ ਕਿ ਜਿਹੜਾ ਚੜ੍ਹਾਵਾ ਆਵੇਗਾ 10,000 ਟਕੇ ਦਿੱਤੇ ਜਾਣਗੇ। ਤੁਰਕਾਂ ਨੇ ਵੀ ਇਤਿਹਾਸ ਜੋ ਇਸ਼ਤਿਹਾਰ ਸਾਨੂੰ ਜਾਰੀ ਕੀਤੇ। ਆਪਣੇ ਇਲਾਕੇ ਦੇ ਸਾਰੇ ਥਾਣੇਦਾਰਾਂ ਨੂੰ ਕਿ ਜਿੰਨੀਆਂ ਵੀ ਸੰਗਤਾਂ ਆਨੰਦਪੁਰ ਸਾਹਿਬ, ਜਿੰਨੀਆਂ ਵੀ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਆਉਣਗੀਆਂ, ਉਹਨਾਂ ਸੰਗਤਾਂ ਦੀ ਹਿਫਾਜ਼ਤ ਤੁਸੀਂ ਕਰਨੀ ਹੈ। ਸੰਗਤਾਂ ਦਾ ਭਾਰੀ ਇਕੱਠ ਹੋ ਗਿਆ, ਪਰ ਜਿਹੜੇ ਬੰਦਈ ਸਨ ਉਹ ਆਕੜ ਗਏ। ਸਾਨੂੰ ਅੱਧਾ ਚੜ੍ਹਾਵਾ ਚਾਹੀਦਾ ਵਿੱਚੋਂ, ਸਾਡੀ ਸੰਗਤ ਇੱਥੇ ਆਈ ਹੈ। ਖਾਲਸਾ ਕਹਿਣ ਲੱਗਾ ਵੀ ਸਾਡਾ ਤੁਹਾਡਾ ਮੇਲ ਹੀ ਕੋਈ ਨਹੀਂ, ਤੁਹਾਨੂੰ ਚੜ੍ਹਾਵਾ ਨਹੀਂ ਮਿਲ ਸਕਦਾ। ਬੰਦਈ ਜੰਗ ਕਰਨ ਤੇ ਉਤਾਰੂ ਹੋ ਗਏ, ਪਰ ਸਿੰਘ ਹਲੀਮੀ ਦੇ ਨਾਲ ਸੋਚਦੇ ਵਿਚਾਰਦੇ ਨੇ ਕਿ ਸੰਗਤਾਂ ਆਈਆਂ ਹੋਈਆਂ ਨੇ, ਜੇ ਇੱਥੇ ਜੰਗ ਹੋ ਗਿਆ ਤੇ ਸਿੰਘ ਸ਼ਹੀਦ ਹੋ ਜਾਣਗੇ, ਸੰਗਤਾਂ ਦਾ ਨੁਕਸਾਨ ਹੋਵੇਗਾ। ਖਾਲਸਾ ਤਾਂ ਟਾਲਦਾ ਰਿਹਾ, ਪਰ ਬੰਦਈ ਟਲਦੇ ਨਹੀਂ ਸਨ। ਅਖੀਰ ਸਿੰਘ ਵੀ ਤਿਆਰ ਬਰ ਤਿਆਰ ਹੋ ਗਏ ਜੰਗ ਕਰਨ ਵਾਸਤੇ, ਤੇ ਇਹਨਾਂ ਨੇ ਬੰਦਈਆਂ ਨੇ ਤੁਰਕਾਂ ਨਾਲ ਸੁਲ੍ਹਾ ਕਰ ਲਈ ਕਿ ਅਸੀਂ ਤੁਹਾਨੂੰ 20,000 ਟਕੇ ਦਿਆਂਗੇ, ਤੁਸੀਂ ਸਿੰਘ ਮਾਰ ਦਿਓ। ਉਹ ਹੋਰ ਖੁਸ਼ ਹੋ ਗਏ ਵੀ ਇਸ ਬਹਾਨੇ ਨਾਲ ਇੱਕ 20,000 ਟਕੇ ਵੀ ਮਿਲਣਗੇ ਤੇ ਸਿੰਘਾਂ ਦਾ ਵੀ ਘਾਤ ਕਰ ਦਿਆਂਗੇ। ਅਖੀਰ ਭਾਈ ਮਨੀ ਸਿੰਘ ਜੀ ਨੇ ਵਿੱਚ ਪੈ ਕੇ ਦੋਹਾਂ ਧਿਰਾਂ ਵਿੱਚ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਹੱਲ ਲੱਭ ਲਿਆ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਰੋਵਰ ਦੇ ਵਿੱਚ 2 ਚਿੱਠੀਆਂ ਪਾਈਆਂ ਗਈਆਂ। ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਰਦਾਸ ਹੋਈ, ਮਹਾਰਾਜ ਤੁਸੀਂ ਜਾਣੀ ਜਾਣੋ, ਜਿਹੜੇ ਪੰਥ ਦਾ ਪ੍ਰਗਾਸ ਸੰਸਾਰ ਵਿੱਚ ਕਰਨਾ ਚਾਹੁੰਦੇ ਹੋ ਉਹਦੀ ਚਿੱਠੀ ਤਾਰ ਦਿਓ। ਜਿੱਥੇ ਹਰ ਕੀ ਪੌੜੀ ਹੈ, ਇੱਕ ਬਾਲਕ ਨੂੰ ਸੱਦ ਕੇ ਜਲ ਦੇ ਵਿੱਚ 2 ਚਿੱਠੀਆਂ ਜਿਹੜੀਆਂ ਪਾ ਦਿੱਤੀਆਂ ਗਈਆਂ। ਪਹਿਲਾਂ ਤਾਂ ਦੋਨੇ ਚਿੱਠੀਆਂ ਡੁੱਬ ਗਈਆਂ। ਹੁਣ ਜਿਹੜੇ ਤੁਰਕ ਸਨ ਉਹ ਇਹ ਚਾਹੁੰਦੇ ਸਨ ਵੀ ਦੋਨੇ ਚਿੱਠੀਆਂ ਡੁੱਬ ਜਾਣ ਤੇ ਸਾਡਾ ਵਧੀਆ ਕੰਮ ਹੋ ਜਾਏ। ਅਰਦਾਸ ਜਦੋਂ ਸਾਰੇ ਪੰਥ ਨੇ ਕੀਤੀ, ਇੱਕ ਚਿੱਠੀ ਤਰ ਆਈ। ਉਹ ਚਿੱਠੀ ਸੀ ਗੁਰੂ ਫਤਿਹ ਵਾਲੀ ਚਿੱਠੀ, ਤਰ ਕੇ ਬਾਹਰ ਆ ਗਈ। ਪੰਥ ਦੇ ਵਿੱਚ ਖੁਸ਼ੀਆਂ ਪੈਦਾ ਹੋ ਗਈਆਂ, ਸਿੰਘਾਂ ਨੇ ਜੈਕਾਰੇ ਛੱਡ ਦਿੱਤੇ। ਬੰਦਈ ਜਿਹੜੇ ਸੜ ਵਲ ਗਏ, ਕਿਉਂਕਿ ਉਹਨਾਂ ਦੀ ਚਿੱਠੀ ਪਾਣੀ ਵਿੱਚ ਡੁੱਬ ਗਈ ਸੀ। ਉਹਨਾਂ ਦੀ ਚਿੱਠੀ ਤਰ ਕੇ ਬਾਹਰ ਨਹੀਂ ਆਈ, ਪਰ ਤਤ ਖਾਲਸੇ ਦੀ ਚਿੱਠੀ ਤਰ ਕੇ ਬਾਹਰ ਆ ਗਈ। ਸੋ ਆਓ ਅਗਲਾ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਉਤ ਜੋ ਮਨ ਥੋਕੀਓ ਦੋਹਰੋ ਸਿੰਘ ਕਲਾਲ। ਸਾਧ ਸੰਗਤ ਜੀ, ਗੁਰੂ ਘਰ ਦੀ ਜਿਤਨੀ ਸੇਵਾ ਸੰਭਾਲ ਹੈ, ਚੜ੍ਹਾਵਾ ਹੈ, ਉਹ ਤਤ ਖਾਲਸੇ ਦੇ ਹੱਕ ਵਿੱਚ ਮਹਾਰਾਜ ਨੇ ਫੈਸਲਾ ਕੀਤਾ। ਜਦੋਂ ਸਰੋਵਰ ਦੇ ਅੰਮ੍ਰਿਤ ਜਲ ਦੇ ਵਿੱਚ ਚਿੱਠੀ ਤਤ ਖਾਲਸੇ ਦੀ ਤਰ ਕੇ ਬਾਹਰ ਆ ਗਈ, ਬੰਦਈ ਬੜੇ ਖਫਾ ਹੋਏ। ਉਹ ਹੋ ਗਿਆ ਜੋ ਸੋਚ ਨਹੀਂ ਸਨ ਸਕਦੇ। ਅਖੀਰ ਬੰਦਈਆਂ ਨੇ ਆਪਣਾ ਇੱਕ ਜਥੇਦਾਰ ਭੇਜਿਆ, ਜਿਹਦਾ ਨਾਮ ਭਾਈ ਲਹੌਰਾ ਸਿੰਘ ਕਲਾਲ ਹੈ। ਭਾਈ ਲਹੌਰਾ ਸਿੰਘ ਤਤ ਖਾਲਸੇ ਦੇ ਪਾਸ ਚੱਲ ਕੇ ਆਇਆ ਹੈ। ਭੇਜਿਓ ਬੰਦਇਨ ਕਰਨ ਕੋ ਸਿੰਘਨ ਸਿਓ ਵਿੱਚ ਸਵਾਲ। ਜਿਹੜੇ ਬੰਦਈ ਸਿੰਘ ਸਨ, ਉਹਨਾਂ ਨੇ ਤਤ ਖਾਲਸੇ ਨੂੰ ਕੁਝ ਸਵਾਲ ਜਵਾਬ ਕਰਨ ਵਾਸਤੇ ਭਾਈ ਲਹੌਰਾ ਸਿੰਘ ਨੂੰ ਇਸ ਤਰ੍ਹਾਂ ਸਿੰਘਾਂ ਦੇ ਪਾਸ ਅੰਮ੍ਰਿਤਸਰ ਸਾਹਿਬ ਭੇਜਿਆ ਹੈ। ਸਾਥ ਉਸੈ ਤੋ ਬੇਟਾ ਆਇਆ। ਜਦੋਂ ਭਾਈ ਲਹੌਰਾ ਸਿੰਘ ਸਿੰਘਾਂ ਦੇ ਪਾਸ ਆਏ, ਬਾਬਾ ਵਿਨੋਦ ਸਿੰਘ ਜੀ ਦੇ ਪਾਸ ਪਹੁੰਚੇ ਨੇ। ਲਹੌਰਾ ਸਿੰਘ ਦੇ ਨਾਲ ਉਹਦਾ ਬੇਟਾ ਵੀ ਚੱਲ ਕੇ ਆਇਆ ਹੈ। ਨਾਮ ਸੰਗਤ ਸਿੰਘ ਤਿਸ ਕੋ ਪਾਇਆ। ਭਾਈ ਰਤਨ ਸਿੰਘ ਜੀ ਕਹਿੰਦੇ ਉਹਦਾ ਨਾਮ ਸੰਗਤ ਸਿੰਘ ਹੈ। ਲਹੌਰਾ ਸਿੰਘ ਦਾ ਪੁੱਤਰ ਸੰਗਤ ਸਿੰਘ ਹੈ
ਤੇ ਦੋਨੇ ਪਿਓ ਪੁੱਤਰ ਤਤ ਖਾਲਸੇ ਦੇ ਪਾਸ ਆਏ ਹਨ। ਕਾਹਨ ਸਿੰਘ ਬਾਬਾ ਉਸ ਬੋਲਿਓ, ਜਿਹੜੇ ਭਾਈ ਕਾਹਨ ਸਿੰਘ ਸਨ, ਬਾਬਾ ਕਾਹਨ ਸਿੰਘ ਜੀ ਉਹਨਾਂ ਨੂੰ ਕਹਿਣ ਲੱਗੇ ਹਨ, ਤੁਮ ਪਰ ਖਾਲਸਾ ਹੱਥ ਚਹਿ ਖੋਲਿਓ। ਕਿਉਂਕਿ ਸਿੰਘ ਖਫਾ ਬੜੇ ਸਨ ਲਾਹੌਰਾ ਸਿੰਘ ਤੋਂ। ਲਾਹੌਰਾ ਸਿੰਘ ਪਹਿਲਾਂ ਤਤ ਖਾਲਸੇ ਵਿੱਚ ਸੀ ਤੇ ਤਤ ਖਾਲਸੇ ਦਾ ਜਥਾ ਛੱਡ ਕੇ ਬੰਦਈਆਂ ਵਿੱਚ ਉਹ ਸ਼ਾਮਲ ਹੋ ਗਿਆ। ਇਸ ਗੱਲ ਕਰਕੇ ਬਾਬਾ ਕਾਹਨ ਸਿੰਘ ਖਫਾ ਹੋ ਕੇ ਕਹਿਣ ਲੱਗੇ ਵੀ ਤੇਰੇ ਤੇ ਨਾ ਸਿੰਘ ਹੱਥ ਖੋਲ੍ਹਣਾ ਚਾਹੁੰਦੇ ਨੇ। ਹੱਥ ਖੋਲ੍ਹਣ ਤੋਂ ਭਾਵ ਵੀ ਤੈਨੂੰ ਸੋਧਾ ਲਾਉਣਾ ਚਾਹੁੰਦੇ, ਤੇਰੀ ਸੇਵਾ ਕਰਨਾ ਚਾਹੁੰਦੇ ਨੇ, ਵੀ ਤੂੰ ਮਹਾਰਾਜ ਦੀ ਸਿੱਖੀ ਛੱਡ ਕੇ ਇਹਨਾਂ ਬੰਦਈਆਂ ਦੇ ਚੱਕਰ ਵਿੱਚ ਕਿੱਥੇ ਪੈ ਗਿਆ ਹੈ। ਕਹਿਓ ਨਾ ਕਿਨੇ ਹਮ ਖਬਰ ਨਾ ਗਈ। ਬਾਬਾ ਕਾਹਨ ਸਿੰਘ ਕਹਿਣ ਲੱਗੇ ਕੱਲ ਨੂੰ ਇਹ ਨਾ ਆਖ ਦੇਈਂ ਵੀ ਮੈਨੂੰ ਕਿਸੇ ਨੇ ਦੱਸਿਆ ਨਹੀਂ, ਮੈਨੂੰ ਕਿਸੇ ਨੇ ਖਬਰਸਾਰ ਨਹੀਂ ਦਿੱਤੀ। ਤੈਨੂੰ ਪਹਿਲਾਂ ਕਹਿ ਦਿੱਤਾ ਹੈ ਵੀ ਸਿੰਘਾਂ ਦਾ ਜੀ ਕਰਦਾ ਵੀ ਤੈਨੂੰ ਸੌਦਾ ਲਾਇਆ ਜਾਵੇ। ਹਮਨੇ ਖਬਰ ਤੁਮਕੋ ਕਰ ਦਈ। ਅਸੀਂ ਪਹਿਲਾਂ ਹੀ ਤੈਨੂੰ ਖਬਰ ਦੇ ਦਿੱਤੀ ਹੈ ਵੀ ਤੈਨੂੰ ਹੁਣ ਇੱਥੇ ਸੌਦਾ ਲੱਗੇਗਾ, ਮਾਰ ਪਏਗੀ। ਸੌਦਾ ਲੱਗਣ ਤੋਂ ਭਾਵ ਵੀ ਸਿੰਘ ਤੈਨੂੰ ਡਾਂਗਾ ਲੈ ਕੇ, ਸਲੋਤਰ ਲੈ ਕੇ ਚੰਗੀ ਤਰ੍ਹਾਂ ਤੇਰੀ ਸੇਵਾ ਕਰਨਗੇ। ਮੇਰੀ ਸਿੰਘ ਸਦ ਬੇਟੋ ਲਿਓ। ਬਾਬਾ ਕਾਹਨ ਸਿੰਘ ਜੀ ਨੇ ਕੀ ਕੀਤਾ, ਉਹਨਾਂ ਨੇ ਆਪਣਾ ਭੁਜੰਗੀ ਸੱਦ ਲਿਆ ਜਿਹਦਾ ਨਾਮ ਮੀਰੀ ਸਿੰਘ ਹੈ। ਸਾਤ ਸੰਗਤ ਸਿੰਘ ਭੁਲਾਵਤ ਭਇਓ। ਤੇ ਬਾਬਾ ਮੀਰੀ ਸਿੰਘ ਨੂੰ ਮੂਹਰੇ ਕੀਤਾ ਤੇ ਲਾਹੌਰਾ ਸਿੰਘ ਦਾ ਜਿਹੜਾ ਪੁੱਤਰ ਸੀ ਉਹਨੂੰ ਮੂਹਰੇ ਕਰ ਲਿਆ। ਬਾਬਾ ਕਾਹਨ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਕਰਦੇ ਆ ਵੀ ਆਪਾਂ ਦੋਹਾਂ ਜਾਣਿਆਂ ਦਾ ਘੋਲ ਕਲਾਉਨੇ ਹਾਂ। ਮਲਨ ਜਿਮ ਦੋ ਭੁਲਨੇ ਡਹੇ। ਹੁਣ ਇਹ ਜਿਵੇਂ ਦੋ ਮੱਲ ਹੁੰਦੇ ਨਾ, ਪਹਿਲਵਾਨ ਹੁੰਦੇ ਨੇ, ਉਦਾਂ ਹੀ ਘੋਲ ਕਰਨਗੇ ਆਪਸ ਵਿੱਚ। ਹਾਲਾਂਕਿ ਮਨ ਤਾਂ ਸਿੰਘਾਂ ਦਾ ਕਰਦਾ ਸੀ ਵੀ ਇੱਕ ਵਾਰੀ ਲਾਹੌਰਾ ਸਿੰਘ ਦੀ ਸੇਵਾ ਕਰੀਏ ਚੰਗੀ ਤਰ੍ਹਾਂ। ਫਿਰ ਉਹਨਾਂ ਵਿਚਲਾ ਰਸਤਾ ਕੱਢ ਲਿਆ ਵੀ ਚਲੋ ਕਾਹਨੂੰ ਲਾਹੌਰਾ ਸਿੰਘ ਨੂੰ ਮਾਰਨਾ ਕੁੱਟਣਾ, ਵੀ ਇਸ ਤਰ੍ਹਾਂ ਕਰੋ ਵੀ ਇਹਦਾ ਪੁੱਤਰ ਜਿਹੜਾ ਸੰਗਤ ਸਿੰਘ ਹੈ ਨਾ ਉਹਨੂੰ ਮੂਹਰੇ ਕਰ ਲਓ। ਵੀ ਜੇ ਤਾਂ ਸੰਗਤ ਸਿੰਘ ਹਾਰ ਗਿਆ ਫਿਰ ਲਾਹੌਰਾ ਸਿੰਘ ਤਤ ਖਾਲਸੇ ਵਿੱਚ ਸ਼ਾਮਲ ਹੋ ਜਾਏਗਾ ਪੁੱਤਰ ਸਮੇਤ, ਤੇ ਜੇ ਮੀਰੀ ਸਿੰਘ ਹਾਰ ਗਿਆ ਤੇ ਫਿਰ ਮੀਰੀ ਸਿੰਘ ਬਦਈਆਂ 'ਚ ਦਾਖਲ ਹੋ ਜਾਏਗਾ। ਇਹ ਉਹਨਾਂ ਨੇ ਮਤਾ ਪਕਾ ਲਿਆ। ਤੇ ਇਸ ਤਰ੍ਹਾਂ ਦੋਨੇ ਫਿਰ ਜਿਹੜੇ ਸਿੱਖ ਸਨ, ਸੰਗਤ ਸਿੰਘ ਤੇ ਭਾਈ ਮੀਰੀ ਸਿੰਘ, ਪਹਿਲਵਾਨਾਂ ਵਾਂਗੂ ਆਪਸ ਵਿੱਚ ਜੂਝਣ ਲੱਗੇ ਹਨ। ਹੋ ਬਚਨ ਤਿੰਨ ਇਮ ਕਰ ਲਏ। ਉਹਨਾਂ ਨੇ ਘੋਲ ਤੋਂ ਪਹਿਲਾਂ ਆਪਸ ਵਿੱਚ ਇਹ ਬਚਨ ਸਾਂਝੇ ਕਰ ਲਏ ਹਨ ਉਹ ਜੀਤੈ ਤਿੰਨ ਪੰਥ ਲਿਆਏ। ਕਿ ਜਿਹੜਾ ਵੀ ਜਿੱਤੇਗਾ ਨਾ ਉਹ ਦੂਸਰੇ ਨੂੰ ਆਪਣੇ ਪੰਥ ਵਿੱਚ ਸ਼ਾਮਲ ਕਰ ਲਏਗਾ। ਇਮ ਕਰ ਲੀਨੇ ਬਚਨ ਪਕਾਏ। ਇਸ ਤਰ੍ਹਾਂ ਆਪਸ ਵਿੱਚ ਬਚਨ ਪਕਾ ਲਿਆ, ਇੱਕ ਦੂਜੇ ਨਾਲ ਗੁਰਮਤਾ ਕਰਕੇ ਤੇ ਸ਼ਰਤ ਰੱਖ ਲਈ ਹੈ। ਦੋਹਰਾ ਮੀਰੀ ਸਿੰਘ ਸਿੰਘ ਕਾਹਨ ਕੋ ਉਹ ਸੰਗਤ ਸਿੰਘ ਕਲਾਲ। ਜਿਹੜੇ ਭਾਈ ਮੀਰੀ ਸਿੰਘ ਸਨ ਉਹ ਬਾਬਾ ਕਾਹਨ ਸਿੰਘ ਦੇ ਪੁੱਤਰ ਤੇ ਬਾਬਾ ਵਿਨੋਦ ਸਿੰਘ ਦੇ ਪੋਤਰੇ ਸਨ, ਤੇ ਦੂਸਰੇ ਜਿਹੜੇ ਬਾਬਾ ਸੰਗਤ ਸਿੰਘ ਸਨ ਉਹ ਭਾਈ ਲਾਹੌਰਾ ਸਿੰਘ ਕਲਾਲ ਦੇ ਪੁੱਤਰ ਸਨ। ਉਂਗੇ ਘੁਲੇ ਅਕਾਲ ਤਲ ਸਭ ਪੰਥ ਦੇਖਣ ਵਾਲ। ਜਿੱਥੇ ਅਕਾਲ ਤਖਤ ਸਾਹਿਬ ਸੁਸ਼ੋਭਤ ਹੈ, ਅਕਾਲ ਤਖਤ ਸਾਹਿਬ ਦੇ ਹੇਠਲੇ ਪਾਸੇ ਜਿਹੜਾ ਸਥਾਨ ਆਪਾਂ ਅੱਜ ਜਿੱਥੇ ਜਾ ਕੇ ਨਮਸਕਾਰ ਕਰਦੇ ਆ ਨਾ, ਜਿੱਥੇ ਪੁਰਾਤਨ ਕੰਧ ਅੱਜ ਵੀ ਸੁਸ਼ੋਭਤ ਹੈ, ਉਸ ਜਗ੍ਹਾ ਤੇ ਆ ਕਰਕੇ ਤੇ ਦੋਨੇ ਜਾਣੇ ਜਿਹੜੇ ਦੋਨੇ ਸਿੱਖ ਘੁਲਣ ਲੱਗ ਪਏ, ਪਹਿਲਵਾਨੀ ਕਰਨ ਲੱਗ ਪਏ ਹਨ। ਹੋ ਪਈ ਮੀਰੀ ਸਿੰਘ ਜਬ ਹੱਥ ਚੁਹਾਇਆ। ਕਹਿੰਦੇ ਜਿਹੜਾ ਸੰਗਤ ਸਿੰਘ ਸੀ ਉਹ ਤਾਂ ਪਹਿਲਵਾਨ ਸੀ, ਪਰ ਜਿਹੜਾ ਮੀਰੀ ਸਿੰਘ ਸੀ ਉਹ ਪਹਿਲਵਾਨ ਨਹੀਂ ਸੀ। ਪਰ ਮੀਰੀ ਸਿੰਘ ਹੈ ਯੋਧਾ ਸੀ, ਸੂਰਮਾ ਸੀਗਾ। ਹੁਣ ਜਦੋਂ ਘੋਲ ਸ਼ੁਰੂ ਹੋਈ ਤੇ ਜਿਹੜਾ ਮੀਰੀ ਸਿੰਘ ਹੈ ਉਹਨਾਂ ਨੇ ਆਪਣਾ ਜਿਹੜਾ ਹੱਥ, ਜਿਹੜਾ ਦਸਤ ਹੈ, ਉਹ ਆਪਣਾ ਸੰਗਤ ਸਿੰਘ ਦੇ ਨਾਲ ਛੁਹਾਇਆ ਹੈ। ਤੁਰਤ ਸੰਗਤ ਸਿੰਘ ਹੇਠਾਂ ਆਇਆ। ਤੇ ਸੰਗਤ ਸਿੰਘ ਦਾ ਹੱਥ ਫੜ ਕੇ ਨਾ ਤੇ ਝਟਕਾ ਕੇ ਧਰਤੀ ਤੇ ਮਾਰਿਆ ਤੇ ਉੱਤੇ ਚੜ ਗਏ, ਉਹਦੇ ਉੱਤੇ ਚੜ ਕੇ ਬਹਿ ਗਏ ਤੇ ਸੰਗਤ ਸਿੰਘ ਮੀਰੀ ਸਿੰਘ ਦੇ ਹੇਠਾਂ ਆ ਗਿਆ ਹੈ। ਝਟ ਕਰ ਝਟਕੋ ਲਿਓ ਮੰਗਾਏ। ਉਹਨਾਂ ਨੇ ਉਸੇ ਵਕਤ ਹੀ ਆਖਿਆ ਵੀ ਜਾਓ ਭਾਈ ਝਟਕੇ ਵਾਲਾ ਮਹਾਂਪ੍ਰਸਾਦ ਲੈ ਕੇ ਆਓ। ਇਸ ਪ੍ਰਕਾਰ ਕਹਿੰਦੇ ਉਹ ਝਟਕਾ ਮਹਾਂਪ੍ਰਸਾਦ ਜਿਹੜਾ ਉਹਦਾ ਇੱਕ ਡਲਾ ਲੈ ਕੇ ਨਾ ਤੇ ਮੀਰੀ ਸਿੰਘ ਨੇ ਤੇ ਮੂੰਹ ਦੇ ਵਿੱਚ ਪਾ ਦਿੱਤਾ ਸੰਗਤ ਸਿੰਘ ਦੇ, ਕਿਉਂਕਿ ਉਹ ਬੰਦਈ ਸਨ ਵੀ ਆਪਣੇ ਆਪ ਨੂੰ ਵੈਸ਼ਨਵ ਸਮਝਦੇ ਸਨ ਵੀ ਅਸੀਂ, ਕਿਉਂਕਿ ਜਿਹੜੇ ਛਤਰੀ ਹੁੰਦੇ ਨੇ, ਛਤਰੀਆਂ ਦਾ ਧਰਮ ਸੂਰਮਿਆਂ ਦਾ ਧਰਮ ਹੈ,
ਤੇ ਜਿਹੜੇ ਵੈਸ਼ਨਵ ਹੁੰਦੇ ਨੇ ਉਹ ਸੂਰਮੇ ਨਹੀਂ, ਉਹ ਛਤਰੀ ਨਹੀਂ ਕਹਿਲਾਉਂਦੇ। ਤੇ ਉਹਨਾਂ ਨੇ ਲਿਆ ਕੇ ਮਹਾਂਪ੍ਰਸਾਦ ਦਾ ਡਲਾ ਉਹਦੇ ਮੁਖ ਦੇ ਵਿੱਚ ਪਾ ਦਿੱਤਾ ਹੈ। ਕੀਓ ਭੁਜੰਗੀ ਉਸ ਕੋ ਪੂਤ। ਆਖਿਆ ਵੀ ਅੱਜ ਤੋਂ ਬਾਅਦ ਤੂੰ ਛਤਰੀ ਬਣ ਗਿਆ, ਕਿਉਂਕਿ ਲਹੂ ਵਹਾਉਣਾ, ਜੰਗ ਕਰਨਾ, ਫੱਟ ਖਾਣੇ, ਫੱਟ ਮਾਰਨੇ, ਮਾਸ ਵੱਢਣਾ ਤੇ ਸੂਰਮਿਆਂ ਦਾ ਕੰਮ ਹੈ ਨਾ, ਛਤਰੀਆਂ ਦਾ ਕੰਮ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ, ਵੀ ਛਤਰੀ ਦਾ ਪੁੱਤਰ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਛਤਰੀ ਸੂਰਮੇ ਨੂੰ ਆਖਦੇ, ਉਹ ਸੂਰਮੇ ਸਨ ਤੇ ਮੈਂ ਸੂਰਮੇ ਦਾ ਪੁੱਤਰ ਆ, ਬ੍ਰਾਹਮਣ ਦਾ ਪੁੱਤਰ ਨਹੀਂ ਮੈਂ। ਤੇ ਜਿਹੜੇ ਵੈਸ਼ਨਵ ਮਤ ਵਾਲੇ ਨੇ ਉਹ ਤਾਂ ਲੱਕੜਾਂ ਧੋ ਕੇ ਵੀ ਚੁੱਲ੍ਹੇ ਵਿੱਚ ਪਾਉਂਦੇ ਨੇ, ਕਰਮਕਾਂਡ ਕਰਕੇ ਭੋਜਨ ਆਦਿਕ ਆਪਣਾ ਬਣਾਉਂਦੇ ਨੇ, ਇਹੋ ਜਿਹਾ ਉਹਨਾਂ ਦਾ ਮਤ ਹੈ। ਤੇ ਸਾਧ ਸੰਗਤ ਜੀ ਇਸ ਕਰਕੇ ਕਹਿੰਦੇ ਹਨ ਕਿ ਮੀਰੀ ਸਿੰਘ ਨੇ, ਜਿਹੜਾ ਸੰਗਤ ਸਿੰਘ ਲਾਹੌਰਾ ਸਿੰਘ ਦਾ ਪੁੱਤਰ ਹੈ, ਉਹਨੂੰ ਇਸ ਤਰ੍ਹਾਂ ਉਹਦੇ ਮੁਖ ਵਿੱਚ ਮਹਾਂਪ੍ਰਸਾਦ ਪਾ ਕੇ ਤੇ ਉਹਨੂੰ ਪੰਥ ਦੇ ਵਿੱਚ ਲਿਆ ਕਰਕੇ ਭੁਜੰਗੀ ਬਣਾ ਦਿੱਤਾ, ਭਾਵ ਨਿਹੰਗ ਸਿੰਘ ਬਣਾ ਦਿੱਤਾ ਹੈ। ਬਚਿਓ ਲਾਹੌਰਾ ਸਿੰਘ ਕਰ ਸੂਤ। ਇਸ ਤਰ੍ਹਾਂ ਖਾਲਸੇ ਪੰਥ ਦੇ ਨਾਲ ਗੁਰਮਤਾ ਕਰਕੇ ਲਾਹੌਰਾ ਸਿੰਘ ਬਚ ਗਿਆ। ਹਾਥ ਜੋੜ ਉਸ ਪਿਤਾ ਖਲੋਇਆ। ਸੰਗਤ ਸਿੰਘ ਦਾ ਜਿਹੜਾ ਪਿਤਾ ਲਾਹੌਰਾ ਸਿੰਘ ਸੀ, ਦੋਨੇ ਹੱਥ ਜੋੜ ਕੇ ਖਾਲਸੇ ਦੇ ਸਨਮੁਖ ਖਲੋ ਗਿਆ ਹੈ। ਮਹਾਂਪ੍ਰਸਾਦ ਉਨ ਨਿਜ ਬਖਸ਼ੋਇਆ। ਬੇਨਤੀ ਕੀਤੀ, ਮੇਰੇ ਕੋਲੋਂ ਗਲਤੀ ਹੋ ਗਈ ਹੈ ਵੀ ਮੈਂ ਬੰਦਈਆਂ ਵਿੱਚ ਜਾ ਕੇ ਰਲ ਗਿਆ ਸੀ ਤੇ ਇੱਥੇ ਭੋਲ ਹੋਈ, ਗੁਰੂ ਦਾ ਫੈਸਲਾ ਸੀ ਤੇ ਮੇਰੇ ਪੁੱਤਰ ਦੀ ਹਾਰ ਹੋ ਗਈ ਤੇ ਸਤਿਗੁਰੂ ਕਲਗੀਧਰ ਜੀ ਇਹ ਚਾਹੁੰਦੇ ਵੀ ਮੈਂ ਪੰਥ ਵਿੱਚ ਸ਼ਾਮਲ ਹੋ ਜਾਵਾਂ। ਇਸ ਕਰਕੇ ਅੱਜ ਤੋਂ ਬਾਅਦ ਮੈਂ ਪੰਥ ਵਿੱਚ ਸ਼ਾਮਲ ਹੁੰਨਾ, ਜੋ ਵੀ ਤਨਖਾਹ ਲਾਓਗੇ ਉਹ ਤਨਖਾਹ ਮੰਨਣ ਨੂੰ ਮੈਂ ਤਿਆਰ ਹਾਂ। ਇਸ ਪ੍ਰਕਾਰ ਬਾਬਾ ਲਾਹੌਰਾ ਸਿੰਘ ਨੂੰ ਜਿਹੜਾ ਮਹਾਂਪ੍ਰਸਾਦ ਲਿਆ ਕੇ ਦਿੱਤਾ ਹੈ। ਅੱਗੇ ਸੁਨੋ ਮਹੰਤ ਉਸ ਬਾਤ। ਹੁਣ ਅੱਗੇ ਬੰਦਈਆਂ ਦੇ ਵਿੱਚ ਇੱਕ ਸਿੰਘ ਸੀ ਜਿਹਦਾ ਨਾਮ ਮਹੰਤ ਸਿੰਘ, ਜੋ ਖੇਮਕਰਨ ਦਾ ਰਹਿਣ ਵਾਲਾ ਸੀ। ਹੁਣ ਉਹਦੀ ਕਥਾ ਸੁਣੋ। ਜਿਮ ਕਰ ਹੋਇਆ ਉਸ ਕੋ ਘਾਤ। ਜਿਸ ਪ੍ਰਕਾਰ ਤਤ ਖਾਲਸੇ ਨੇ ਮਹੰਤ ਸਿੰਘ ਨੂੰ ਸੋਧਾ ਲਾਇਆ, ਉਹਦਾ ਨਾਸ਼ ਕੀਤਾ ਹੈ। ਕਹਿਓ ਖਾਲਸੇ ਛੱਡ ਜਾਓ ਡੇਰਾ। ਬੰਦਈਆਂ ਨੇ ਡੇਰਾ ਲਾ ਲਿਆ, ਬੜਾ ਹੰਕਾਰ ਕਰ ਰਹੇ ਸਨ ਬੜੇ ਦਿਨਾਂ ਤੋਂ। ਦੀਵਾਲੀ ਦਾ ਮੇਲਾ ਸੀ, ਸਿੰਘ ਟਾਲਦੇ ਰਹੇ ਤੇ ਟਲ ਨੂੰ ਨਹੀਂ ਸੀ ਆਉਂਦੇ। ਸਿੰਘਾਂ ਦੇ ਸਿਰ ਨੂੰ ਚੜ ਚੜ ਪੈਂਦੇ ਸਨ ਵੀ ਅੱਜ ਜੰਗ ਕਰੋ, ਅੱਜ ਜੰਗ ਕਰੋ। ਉਦੋਂ ਤਾਂ ਸਿੰਘ ਟਾਲਦੇ ਰਹੇ। ਹੁਣ ਜਦੋਂ ਸਾਰੀਆਂ ਸੰਗਤਾਂ ਵਾਪਸ ਆਪਣੇ ਇਲਾਕੇ ਵਿੱਚ ਚਲੀਆਂ ਗਈਆਂ ਨੇ ਤੇ ਖਾਲਸੇ ਨੇ ਹੁਕਮ ਦਿੱਤਾ ਬੰਦਈਆਂ ਨੂੰ ਕਿ ਚਿੱਠੀਆਂ ਸਰੋਵਰ ਵਿੱਚ ਪਾਈਆਂ ਤੇ ਗੁਰੂ ਦਾ ਹੁਕਮ ਹੋ ਗਿਆ, ਤੁਸੀਂ ਹਾਰ ਗਏ ਤੇ ਤੁਹਾਨੂੰ ਇਹ ਇਲਾਕਾ ਛੱਡ ਕੇ ਜਾਣਾ ਚਾਹੀਦਾ। ਇਸ ਕਰਕੇ ਸਾਰੇ ਬੰਦਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪਣਾ ਡੇਰਾ ਛੱਡ ਕੇ ਚਲੇ ਜਾਓ। ਮੰਨੀ ਨਾ ਗੱਲ ਉਸ ਮਚਦੇ ਉਰੋਰਾ। ਹੁਣ ਬੰਦਈ ਹੰਕਾਰ ਬੜਾ ਕਰਦੇ ਸਨ ਵੀ ਸਾਡਾ ਵੀ ਇੱਥੇ ਹੱਕ ਬਣਦਾ, ਸਾਡੀ ਵੀ ਚੜ੍ਹਤ ਬਣਦੀ, ਸਾਨੂੰ ਚੜਾਵਾ ਦਿਓ, ਸਾਨੂੰ ਹਿੱਸਾ ਦਿਓ। ਜਦੋਂ ਉਹਨਾਂ ਗੱਲ ਨਾ ਮੰਨੀ ਤੇ ਫਿਰ ਰੌਲਾ ਪੈ ਗਿਆ ਹੈ। ਦੋਹਰਾ ਦੂਹੂ ਔਰ ਰੋਰਾ ਭਇਓ। ਮਾਰ ਹੈ ਮਾਰ ਸੁ ਹੋਏ। ਇਸ ਤਰ੍ਹਾਂ ਦੋਹਾਂ ਦਿਸ਼ਾਵਾਂ ਤੋਂ ਰੌਲਾ ਪੈ ਗਿਆ ਤੇ ਫਿਰ ਮਾਰ-ਮਾਰ ਹੋਣ ਲੱਗ ਪਈ ਹੈ। ਹਾਥ ਉਠਿਓ ਤਬ ਖਾਲਸੈ ਰੋਕ ਨ ਸਕਿਓ ਕੋਏ। ਜਦੋਂ ਬੰਦਈ ਨਾ ਹਟੇ ਤੇ ਅਖੀਰ ਖਾਲਸੇ ਦਾ ਹੱਥ ਫਿਰ ਉੱਠ ਹੀ ਗਿਆ। ਸਿੰਘ ਬੜੇ ਸਮੇਂ ਤੋਂ ਟਾਲਦੇ ਆਏ ਵੀ ਕਾਹਨੂੰ ਚਲੋ, ਇਹ ਵੀ ਹੈ ਗੁਰ ਭਾਈ ਨੇ, ਬਿਨਾਂ ਤੇ ਹੱਥ ਕਾਹਨੂੰ ਚੁੱਕਣਾ। ਪਰ ਜਦੋਂ ਬੰਦਈ ਬਹੁਤਾ ਹੰਕਾਰ ਕਰਦੇ ਸਨ, ਅਖੀਰ ਫਿਰ ਤਤ ਖਾਲਸੇ ਦਾ ਹੱਥ ਕਹਿੰਦੇ ਉੱਠ ਪਿਆ ਤੇ ਰੋਕ ਨਾ ਸਕਿਓ ਕੋਏ। ਜਦੋਂ ਤਤ ਖਾਲਸੇ ਦਾ ਹੱਥ ਉੱਠਿਆ ਤੇ ਫਿਰ ਸਿੰਘਾਂ ਨੂੰ ਕੋਈ ਰੋਕ ਨਾ ਸਕਿਆ। ਜੋ ਪਈ ਅਕਾਲ ਅਕਾਲ ਕਹਿ ਉਠੇ ਸਿੰਘ ਧਾਈ। ਮਜਬੂਰੀ ਵਿੱਚ ਆ ਕੇ ਸਿੰਘ ਅਕਾਲ ਅਕਾਲ ਦਾ ਜਾਪ ਜਪਦਿਆਂ ਸ਼ਸਤਰ ਲੈ ਕੇ ਤੇ ਉੱਠ ਕੇ ਦੌੜ ਪਏ ਹਨ। ਬਾੜੇ ਕੀ ਜਾ ਬਾੜ ਕੁਟਾਈ। ਜਿੱਧਰ ਦਰਸ਼ਨੀ ਡਿਉੜੀ ਸੀ, ਜਿੱਥੇ ਉਹਨਾਂ ਨੇ ਵਾੜ ਆਦਿਕ ਲਾ ਕੇ ਨਾ ਵੀ ਛੰਨਾ ਵੀ ਪਾ ਲਈਆਂ ਤੇ ਏਰੀਆ ਸਾਰਾ ਕਬਜ਼ਾ ਕਰ ਲਿਆ ਉਹਦੇ ਉੱਤੇ, ਤੇ ਸਿੰਘਾਂ ਨੇ ਲਿਆ ਕੇ ਉਹਨਾਂ ਦੀ ਵਾੜ ਵੂੜ ਜਿਹੜੀ ਲਾਈ ਸੀ ਪੱਟ ਕੇ ਪਰਾਂ ਮਾਰੀ ਹੈ। ਦੋ ਵੱਲ ਤੇ ਸ਼ਸਤਰ ਝੜੇ। ਉਧਰੋਂ ਬੰਦਈ ਵੀ ਸ਼ਸਤਰ ਲੈ ਕੇ ਆ ਗਏ। ਦੋਹਾਂ ਦਿਸ਼ਾਵਾਂ ਤੋਂ ਫਿਰ ਇੱਕ ਦੂਜੇ ਉੱਤੇ ਸ਼ਸਤਰ ਚੱਲ ਪਏ ਹਨ। ਤਹਿ ਨ ਬੰਦਈ ਸਕੇ ਹੋਏ ਖੜੇ। ਪਰ ਖਾਲਸੇ ਦਾ ਤੇਜ ਪ੍ਰਤਾਪ ਇੰਨਾ ਸੀ, ਬੰਦਈ ਕਿੱਥੇ ਖੜਦੇ ਸਨ। ਸਿੰਘਾਂ ਨੇ ਜਰਾ ਕੁ ਦੋ ਕੁ ਹੱਥ ਕੀਤੇ ਤੇ ਬੰਦਈ ਉੱਥੋਂ ਛੱਡ ਕੇ ਭੱਜ ਗਏ ਹਨ। ਕਰ ਮਹੰਤ ਜੋ ਉਨੇ ਬਹਾਇਓ। ਬੰਦਈਆਂ ਨੇ ਜਿਹੜਾ ਆਪਣਾ ਜਥੇਦਾਰ ਬਣਾਇਆ ਸੀ ਨਾ ਮਹੰਤ ਸਿੰਘ, ਪਹੁੰਚ ਖਾਲਸੈ ਤੇ ਥਾਂ ਘਾਇਓ। ਤੇ ਜਿੱਥੇ ਉਹ ਬੈਠਾ ਹੋਇਆ ਸੀ ਸਿੰਘ, ਉੱਥੇ ਆ ਪਹੁੰਚੇ ਮਹੰਤ ਸਿੰਘ ਦੇ ਕੋਲ ਤੇ ਆ ਕੇ ਉੱਥੇ ਉਹਦਾ ਗਾਟਾ ਲਾ ਦਿੱਤਾ ਹੈ। ਗੱਡੀ ਗੱਡੇ ਪਰ ਗੱਦੀ ਬਣਾਈ।
ਲਾਈ ਕਹਿੰਦੇ ਬੰਦਈਆਂ ਨੇ ਇੱਕ ਗੱਡਾ ਖੜਾ ਕੀਤਾ ਤੇ ਗੱਡਾ ਖੜਾ ਕਰਕੇ ਨਾ ਉਹਦੇ ਤੇ ਗੱਦੀ ਲਾਈ ਤੇ ਉਹ ਗੱਦੀ ਤੇ ਚੜ ਕੇ ਬੈਠਾ ਸੀ ਦੌੜ ਸਿੰਘ ਚੜ ਬੈਠੇ ਧਾਈ ਤੇ ਸਿੰਘ ਦੌੜ ਕੇ ਗੱਡੇ ਉੱਤੇ ਚੜ ਗਏ ਤੇ ਜਾ ਕੇ ਮਹੰਤ ਸਿੰਘ ਨੂੰ ਫੜ ਲਿਆ ਹੈ। ਉਤੋਂ ਮਹੰਤ ਥੋ ਖੇਮ ਕਰਨ ਵਾਰੋ ਇਥੇ ਖੇਮ ਕਰਨ ਇੱਕ ਨਗਰ ਪੈਂਦਾ ਤੇ ਖੇਮ ਕਰਨ ਨਗਰ ਦਾ ਉਹ ਰਹਿਣ ਵਾਲਾ ਮਹੰਤ ਸਿੰਘ ਹੈ। ਜਾਤਕ ਹੋਏ ਨਾਮ ਮਹੰਤ ਸਿੰਘ ਧਾਰੋ ਉਹਦਾ ਨਾਮ ਮਹੰਤ ਸਿੰਘ ਸੀ ਤੇ ਜਾਤ ਦਾ ਕਮੋ ਸੀ। ਜਿਨ ਜਿਨ ਹੱਥ ਤੇ ਸ਼ਸਤਰ ਨਾ ਗੇਰੇ ਸਾਧ ਸੰਗਤ ਜੀ ਸਿੰਘਾਂ ਨੇ ਉਹਦਾ ਸੋਧਾ ਲਾਇਆ, ਗੱਡੇ ਤੋਂ ਮਾਰਿਆ ਚੁੱਕ ਕੇ ਹੇਠਾਂ ਸਿਰ ਲਾ ਕੇ ਉਹਦਾ ਵੀ ਤੂੰ ਵੱਡਾ ਗੁਰੂ ਬਣਿਆ ਬੈਠਾ ਹੈ। ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਇੱਥੇ ਤਾਂ ਉਹ ਆਪ ਮਾਲਕ ਨੇ, ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਾਲਕ ਨੇ, ਤੂੰ ਆਪ ਮਾਲਕ ਬਣ ਕੇ ਬਹਿ ਗਿਆ। ਕਿਸੇ ਨੂੰ ਹੱਕ ਨਹੀਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਗੱਦੀ ਲਾ ਕੇ ਬਹਿਣ ਦਾ। ਉਹਦਾ ਸਿਰ ਲਾਇਆ ਤੇ ਸਿੰਘਾਂ ਨੇ ਧੜ ਚੁੱਕ ਕੇ ਧਰਤੀ ਦੇ ਹੇਠਾਂ ਮਾਰਿਆ। ਇਸ ਪ੍ਰਕਾਰ ਜਿਹੜੇ ਹੋਰ ਬੰਦਈ ਸਨ ਜਿਨ੍ਹਾਂ ਨੇ ਆਪਣੇ ਸ਼ਸਤਰ ਨਹੀਂ ਸੱਟੇ, ਭਾਵ ਸਿੰਘਾਂ ਨਾਲ ਲੜਨ ਵਾਸਤੇ ਆ ਗਏ ਹਨ, ਮਾਰ ਕਰੇ ਤਹਿ ਖਾਲਸੇ ਡੇਰੇ ਉਹਨਾਂ ਨੂੰ ਮਾਰ ਕੇ ਸਾਧ ਸੰਗਤ ਜੀ ਸਿੰਘਾਂ ਨੇ ਢੇਰ ਲਾ ਦਿੱਤੇ ਹਨ। ਜਿਨ ਕਿਮ ਸ਼ਸਤਰ ਦਏ ਤਹਿ ਡਾਰ ਤੇ ਜਿਨ੍ਹਾਂ ਨੇ ਡਰਦੇ ਮਾਰਿਆਂ ਨੇ ਸ਼ਸਤਰ ਲਿਆ ਕੇ ਸੁੱਟ ਦਿੱਤੇ, ਜਿਨ੍ਹਾਂ ਨੇ ਅਧੀਨਗੀ ਕਬੂਲ ਲਈ ਖਾਲਸੇ ਦੀ, ਰੱਖ ਲਾਏ ਪੰਥ ਹੈ ਨਾਰ ਉਹਨਾਂ ਨੂੰ ਪੰਥ ਨੇ ਆਪਣੇ ਨਾਲ ਰਲਾ ਲਿਆ। ਜਿਹੜੇ ਅਧੀਨਗੀ ਮੰਨ ਗਏ ਵੀ ਅੱਜ ਤੋਂ ਬਾਅਦ ਖਾਲਸਾ ਜੀ ਬਖਸ਼ ਦਿਓ, ਤੁਹਾਡੇ ਪੰਥ ਵਿੱਚ ਸ਼ਾਮਲ ਹੁੰਨੇ ਆ, ਕਲਗੀਧਰ ਜੀ ਦੀ ਬਖਸ਼ਿਸ਼ ਜਿਹੜੀ ਪਾਹੁਲ ਹੈ ਉਹ ਪ੍ਰਾਪਤ ਕਰ ਲੈਨੇ ਆ ਤੇ ਤਨਖਾਹ ਲਵਾ ਲੈਨੇ ਆ। ਜਿਨ੍ਹਾਂ ਅਧੀਨਗੀ ਕਬੂਲ ਲਈ ਤੇ ਸਿੰਘਾਂ ਨੇ ਉਹਨਾਂ ਨੂੰ ਛੱਡ ਦਿੱਤਾ ਤੇ ਪੰਥ ਵਿੱਚ ਰਲਾ ਲਿਆ ਹੈ। ਤੋਹੀ ਖਾਲਸੇ ਕੀ ਤਹਿ ਭਈ ਸਤਿਗੁਰੂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਸਦਕਾ ਖਾਲਸੇ ਦੀ ਦੋਹੀ ਹਰ ਪਾਸੇ ਫੈਲ ਗਈ ਹੈ। ਜਿਉ ਸੋ ਜਿਨ ਫਤਿਹ ਗੁਰ ਕਹੀ ਬਚਿਆ ਕੇਵਲ ਉਹੀ ਹੈ ਜਿਨ੍ਹਾਂ ਨੇ ਗੁਰੂ ਫਤਿਹ ਬੁਲਾਈ ਹੈ। ਜਿਹੜੇ ਫਤਿਹ ਦਰਸ਼ਨ ਵਾਲੇ ਸਨ ਸਿੰਘਾਂ ਨੇ ਸੋਧ ਦਿੱਤੇ, ਜਾਂ ਭੱਜ ਗਏ ਤੇ ਜਾਂ ਮਾਰੇ ਗਏ, ਤੇ ਜਿਹੜੇ ਗੁਰੂ ਫਤਿਹ ਬੁਲਾਉਣ ਵਾਲੇ ਸਨ ਉਹ ਬਚ ਗਏ ਹਨ। ਤੋਹਰਾ ਤੋਹੀ ਵੀ ਅਕਾਲ ਕੀ ਬੰਦਈ ਬਚਿਓ ਨਹਿ ਕੋਏ ਸਤਿਗੁਰਾਂ ਦੀ ਕਿਰਪਾ ਨਾਲ ਅਕਾਲ ਦੀ ਦੋਹੀ ਫਿਰ ਗਈ, ਖਾਲਸੇ ਪੰਥ ਦੀ ਚੜ੍ਹਦੀ ਕਲਾ ਹੋ ਗਈ ਤੇ ਬੰਦਈ ਕੋਈ ਜਿਉਂਦਾ ਨਾ ਬਚਿਆ। ਰੁਕਿਓ ਛਪਿਓ ਜੋ ਥੋ ਬਚਿਓ ਹਾਰ ਰਲਿਓ ਪੰਥ ਸੋਏ ਜਿਹੜਾ ਤਾਂ ਉਸ ਸਮੇਂ ਲੁਕ ਗਿਆ ਜਦੋਂ ਸਿੰਘਾਂ ਨੇ ਹੱਲਾ ਕੀਤਾ ਉਹ ਬਚ ਗਿਆ, ਤੇ ਬਾਕੀ ਜਿਹੜੇ ਪੰਥ ਵਿੱਚ ਰਲ ਗਏ ਹਨ ਜਾਂ ਫਿਰ ਉਹਨਾਂ ਦਾ ਬਚਾਅ ਹੋ ਗਿਆ ਹੈ। ਜੋ ਪਈ ਜਹ ਬੰਦਿਆਂ ਸੀ ਗੱਦੀ ਲਗਾਈ ਜਿਸ ਜਗ੍ਹਾ ਤੇ ਬੰਦਈਆਂ ਨੇ ਆਪਣੀ ਗੱਦੀ ਲਾਈ ਹੋਈ ਹੈ ਤਹਿ ਥਾਂ ਬੈਠੇ ਉਹ ਮਨੀ ਸਿੰਘ ਭਾਈ ਤੇ ਖਾਲਸੇ ਨੇ ਇਕੱਤਰ ਹੋ ਕੇ ਗੁਰਮਤਾ ਕੀਤਾ, ਉਸ ਗੱਦੀ ਤੇ ਉਹਨਾਂ ਨੇ ਲਿਆ ਕੇ ਭਾਈ ਮਨੀ ਸਿੰਘ ਨੂੰ ਬਿਠਾ ਦਿੱਤਾ ਹੈ। ਆਏ ਸ਼ਰਨ ਜੋ ਉਨਕੀ ਪਰੈ ਸੋ ਇਸ ਪ੍ਰਕਾਰ ਜਿਹੜੇ ਬੰਦਈ ਆ ਕੇ ਖਾਲਸੇ ਦੀ ਸ਼ਰਨ ਪੈ ਜਾਂਦੇ ਹਨ ਤਨਖਾਹ ਸੇ ਖਾਲਸੋ ਕਰੈ ਉਹਨਾਂ ਨੂੰ ਤਨਖਾਹ ਲਾਉਂਦੇ ਨੇ। ਤਨਖਾਹ ਲਾਉਣ ਤੋਂ ਭਾਵ ਹੈ ਵੀ ਉਹਨਾਂ ਨੂੰ ਦੰਡ ਲਾ ਦਿੰਦੇ ਨੇ, ਸਜ਼ਾ ਲਾ ਦਿੰਦੇ ਨੇ। ਇਹ ਧਾਰਮਿਕ ਸਜ਼ਾ ਹੁੰਦੀ ਜਿਹੜੀ ਲਾਈ ਜਾਂਦੀ ਹੈ, ਤੇ ਉਹਨਾਂ ਨੂੰ ਸਜ਼ਾ ਲਾ ਕੇ ਤੇ ਖਾਲਸੇ ਵਿੱਚ ਦੁਬਾਰਾ ਸ਼ਾਮਲ ਕੀਤਾ ਜਾਂਦਾ ਹੈ। ਜਿਨ੍ਹਾਂ ਨੂੰ ਲੋੜ ਹੁੰਦੀ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਛਕਾ ਦਿੰਦੇ ਨੇ, ਕਈਆਂ ਨੂੰ ਚੁਲੇ ਛਕਾ ਦਿੰਦੇ ਨੇ, ਕਈਆਂ ਨੂੰ ਅਰਦਾਸ ਕਰਕੇ ਕੇਵਲ ਤਨਖਾਹ ਲਾ ਦਿੰਦੇ ਨੇ। ਇਹ ਪੰਥ ਦੇ ਪੰਜ ਪਿਆਰਿਆਂ ਦੀ ਮਰਜ਼ੀ ਹੁੰਦੀ ਹੈ ਕਿ ਉਹਨਾਂ ਨੇ ਅੰਮ੍ਰਿਤ ਦੁਆਰਾ ਪਾਨ ਕਰਾਉਣਾ ਹੈ, ਚੁਲਾ ਛਕਾਉਣਾ ਹੈ ਜਾਂ ਇਕੱਲੀ ਅਰਦਾਸ ਕਰਨੀ ਹੈ। ਇਹ ਮਰਜ਼ੀ ਪੰਜ ਪਿਆਰਿਆਂ ਦੀ ਹੈ, ਜਿਵੇਂ ਉਹ ਚਾਹਣ ਉਵੇਂ ਕਰ ਸਕਦੇ ਨੇ। ਇਸ ਤਰ੍ਹਾਂ ਤਨਖਾਹਾਂ ਲਾ ਕੇ ਤੇ ਉਹਨਾਂ ਪੰਥ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਕੇ ਖਾਲਸਾ ਬਣਾਇਆ ਹੈ। ਨਾਨੂ ਸਿੰਘ ਹੋਤ ਢੇਸੀਏ ਵਾਲੋ ਇਸ ਪ੍ਰਕਾਰ ਭਾਈ ਨਾਨੂ ਸਿੰਘ ਜਿਹੜੇ ਢੇਸੀ ਵਾਲੇ ਸਨ, ਹੋਰਾ ਸਿੰਘ ਤੇ ਸ਼ਿਆਮ ਕਲਾਲੋ ਇਸੇ ਪ੍ਰਕਾਰ ਭਾਈ ਲਹੌਰਾ ਸਿੰਘ ਤੇ ਭਾਈ ਸ਼ਿਆਮ ਸਿੰਘ ਜਿਹੜਾ ਕਲਾਲ ਹੈ। ਉਹ ਬਖਸ਼ੀਸ਼ ਸਿੰਘ ਭੀ ਮਿਲਤੀ ਕੇ ਭਾਈ ਬਖਸ਼ੀਸ਼ ਸਿੰਘ ਜੀ ਇਹ ਵੀ ਆ ਕੇ ਸਿੰਘਾਂ ਵਿੱਚ ਮਿਲ ਗਏ। ਭਾਈ ਨਾਨੂ ਸਿੰਘ, ਭਾਈ ਲਹੌਰਾ ਸਿੰਘ, ਭਾਈ ਸ਼ਿਆਮ ਸਿੰਘ, ਭਾਈ ਬਖਸ਼ੀਸ਼ ਸਿੰਘ, ਇਹ ਸਾਰੇ ਬੰਦਈ ਸਿੱਖ ਸਨ ਤੇ ਇਹਨਾਂ ਨੇ ਖਾਲਸੇ ਦੀ ਅਧੀਨਗੀ ਕਬੂਲ ਕਰ ਲਈ ਹੈ। ਪਿੰਡ ਮਾਰੀ ਤਿਸ ਘਰ ਥੀ ਇਸੇ ਪ੍ਰਕਾਰ ਕਹਿੰਦੇ ਹਨ ਇਹਨਾਂ ਦਾ ਪਿੰਡ ਜਿਹੜਾ ਉਹ ਚਮਾਰੀ ਹੈ। ਭਾਈ ਭਗਤੂ ਕੇ ਪੋਤਰੇ ਦੋ ਚਮਾਰੀ ਨਗਰ ਦੇ ਵਿੱਚ ਇਹਨਾਂ ਦੇ ਘਰ-ਬਾਰ ਸਨ, ਉਥੇ ਰਹਿੰਦੇ ਸਨ ਤੇ ਖਾਲਸੇ ਵਿੱਚ ਸ਼ਾਮਲ ਹੋ ਗਏ। ਇਸ ਤਰ੍ਹਾਂ ਭਾਈ ਭਗਤੂ ਦੇ ਜਿਹੜੇ ਅੱਗੋਂ ਪੋਤਰੇ ਸਨ, ਇਹ ਨਵਾਬ ਬੰਦੇ ਥੇ ਸੋ
ਤੇ ਬੰਦੇ ਬਹਾਦਰ ਨੇ ਭਾਈ ਭਗਤੂ ਦੇ ਪੋਤਰਿਆਂ ਨੂੰ ਨਵਾਬ ਬਣਾਇਆ ਹੋਇਆ ਸੀਗਾ। ਪੰਜਾਬ ਦੇ ਇਲਾਕੇ ਵਿੱਚ ਅਲੱਗ-ਅਲੱਗ ਵੱਖਰੇ ਇਲਾਕੇ ਦਿੱਤੇ ਸਨ। ਤੋ ਖਾਲਸਾ ਫੜ ਕਰ ਹੋਏ। ਇਸੇ ਪ੍ਰਕਾਰ ਗੁਰੂ ਕੇ ਖਾਲਸੇ ਨੇ ਉਹਨਾਂ ਨੂੰ ਵੀ ਫੜ ਲਿਆ ਹੈ। ਨੀਲ ਬਸਤਰ ਕਰ ਛੱਡੇ ਸੋਏ। ਉਹਨਾਂ ਨੇ ਵੀ ਖਾਲਸੇ ਦੀ ਅਧੀਨਗੀ ਕਬੂਲ ਲਈ। ਬੰਦਾਈ ਤੋਂ ਤਤ ਖਾਲਸੇ ਵਿੱਚ ਸ਼ਾਮਲ ਹੋ ਗਏ ਤੇ ਨੀਲੇ ਰੰਗ ਦੇ ਬਸਤਰ ਪਹਿਨਾ ਦਿੱਤੇ ਤੇ ਜਿਹੜਾ ਸੂਹਾ ਰੰਗ ਉਹਨਾਂ ਪਹਿਨਿਆ ਸੀ ਉਹ ਤਿਆਗ ਦਿੱਤਾ ਹੈ। ਦੋਹਰਾ ਸਭ ਭਾਈਆਂ ਮਿਲ ਇਮ ਕਹਿਓ ਹਮ ਤੈ ਉਜਰ ਨਾ ਹੋਏ। ਸਾਧ ਸੰਗਤ ਜੀ ਜਿਤਨੇ ਵੀ ਬੰਦਾਈ ਸਿੱਖ ਸਨ ਜਦੋਂ ਖਾਲਸੇ ਵਿੱਚ ਆ ਗਏ ਉਹਨਾਂ ਸਾਰੇ ਭਰਾਵਾਂ ਨੇ ਇਕੱਤਰ ਹੋ ਕਰਕੇ ਬੇਨਤੀ ਕੀਤੀ ਆ ਵੀ ਸਾਡੇ ਕੋਲ ਹੁਣ ਬਹੁਤਾ ਕੋਈ ਬਲ ਨਹੀਂ ਹੁੰਦਾ, ਸਾਡੇ ਕੋਲ ਬਹੁਤੀ ਕੋਈ ਤਾਕਤ ਨਹੀਂ ਹੈ। ਹੋਲੀ ਹੋਏ ਜੋ ਖਸਮ ਕੀ ਬਸਤਰ ਪਹਿਰਾਵੇ ਕੋਏ। ਜੈਸੇ ਮਾਲਕ ਹੁੰਦਾ ਹੈ ਤੇ ਮਾਲਕ ਦੀ ਅੱਗੋਂ ਦਾਸੀ ਹੁੰਦੀ ਹੈ। ਹੁਣ ਰਾਜਾ ਹੈ, ਰਾਜੇ ਦੇ ਮਹਿਲ ਵਿੱਚ ਗੋਲੇ ਵੀ ਨੇ, ਦਾਸੀਆਂ ਨੇ। ਜੋ ਰਾਜੇ ਨੇ ਹੁਕਮ ਕਰਨਾ ਉਹੀ ਬਸਤਰ ਉਹਨਾਂ ਪਹਿਨਣੇ ਹਨ। ਬੰਦਈਨ ਉਹ ਭੁਜੰਗੀਨ ਐਸੀ ਬੀਤੀ ਬਾਤ। ਬੰਦਾਈ ਕਹਿੰਦੇ ਨੇ ਵੀ ਤੁਸੀਂ ਮਾਲਕ ਹੋ ਤਾਂ ਅਸੀਂ ਤੁਹਾਡੇ ਸੇਵਕ ਆ, ਜਿਹੋ ਜਿਹਾ ਬਾਣਾ ਤੁਸੀਂ ਪਹਿਨਾਓਗੇ ਉਹੋ ਜਿਹਾ ਅਸੀਂ ਪਹਿਨ ਲਵਾਂਗੇ। ਤੇ ਹੁਣ ਹੁਕਮ ਤਾਂ ਮਹਾਰਾਜ ਕਲਗੀਧਰ ਜੀ ਦਾ ਸੀ ਸਿੰਘਾਂ ਨੂੰ, ਜਿਹੜੇ ਫੌਜੀ ਸਿਪਾਹੀ ਸਨ, ਵੀ ਨੀਲੇ ਬਸਤਰ ਤੁਸੀਂ ਪਹਿਨਣੇ। ਖਾਲਸੇ ਦਾ ਬਾਣਾ ਸੀ ਨੀਲੇ ਦਮਾਲੇ, ਨੀਲੇ ਬਸਤਰ। ਇਸੇ ਤਰ੍ਹਾਂ ਚੱਕਰ ਆਦਿਕ ਧਾਰਨ ਕਰਨੇ, ਸ਼ਸਤਰਾਂ ਨੂੰ ਧਾਰਨ ਕਰਕੇ ਰੱਖਣਾ। ਤੇ ਸਾਧ ਸੰਗਤ ਸਾਰਾ ਸਰੀਰ ਲੋਹੇ ਦੇ ਨਾਲ ਮੜਿਆ ਹੁੰਦਾ ਸੀ, ਭਾਵ ਇੰਨੇ ਸ਼ਸਤਰ ਧਾਰਨ ਕੀਤੇ ਹੁੰਦੇ ਸਨ ਗੁਰੂ ਕੇ ਸਿੱਖਾਂ ਨੇ। ਸੋ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਇਹ ਬੰਦਾਈ ਤੇ ਜਿਹੜੇ ਭੁਜੰਗੀ ਸਿੰਘ ਸਨ ਉਹਨਾਂ ਦੀ ਕਥਾ ਭਾਈ ਇਸ ਤਰ੍ਹਾਂ ਬੀਤੀ ਹੈ। ਰਤਨ ਸਿੰਘ ਨੇ ਜਿਮ ਸੁਣੀ ਲਿਖੀ ਤਿਸੈ ਹੀ ਭਾਤ। ਭਾਈ ਰਤਨ ਸਿੰਘ ਜੀ ਕਹਿੰਦੇ ਗੁਰੂ ਖਾਲਸਾ ਜੀ ਜਿਵੇਂ ਮੈਂ ਕਥਾ ਆਪਣੇ ਬਜ਼ੁਰਗਾਂ ਤੋਂ ਸੁਣੀ ਹੈ ਔਰ ਇਹਨਾਂ ਇਲਾਕਿਆਂ ਵਿੱਚ ਜਾ ਕੇ ਖੋਜ ਕੀਤੀ, ਜਿਸ ਤਰ੍ਹਾਂ ਮੈਂ ਕਥਾ ਸੁਣੀ ਹੈ ਉਸੇ ਤਰ੍ਹਾਂ ਮੈਂ ਲਿਖ ਕੇ ਤੁਹਾਨੂੰ ਸਰਵਣ ਕਰਾ ਦਿੱਤੀ ਹੈ। ਦੋਹਰਾ ਅੰਗਦ ਗੁਰ ਓ ਅਮਰ ਗੁ ਤੇਹਨ ਭਲੇ ਕੁਲ ਦੋਈ। ਗੁਰੂ ਅੰਗਦ ਦੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕੁਲ ਸੀ ਉਹ 63 ਕੁਲ ਹੈ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਭਲਿਆਂ ਦੀ ਕੁਲ ਹੈ। ਖੰਡੇ ਪਾਵਨ ਜਿਨ ਲਈ ਭਏ ਭੁਜੰਗੀ ਸੋਏ। ਗੁਰੂ ਅਮਰਦਾਸ ਮਹਾਰਾਜ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਅੱਗੋਂ ਜਿਹੜੇ ਪਰਿਵਾਰ ਸਨ ਉਹਨਾਂ ਦੀ ਜਿਹੜੀ ਅੰਸ਼ ਬੰਸ ਸੀ ਨਾ, ਸਭ ਨੇ 10ਵੇਂ ਪਾਤਸ਼ਾਹ ਦੇ ਸਮੇਂ ਵਿੱਚ ਅੰਮ੍ਰਿਤਪਾਨ ਕਰ ਲਿਆ ਸੀ। ਖੰਡੇ ਬਾਟੇ ਦੀ ਪੌਲ ਛਕ ਕੇ ਤੇ ਉਹ ਸਿੰਘ ਸੱਜ ਗਏ ਸਨ, ਤਿਆਰ ਹੋ ਗਏ ਸਨ। ਪਈ ਤੇਹਨ ਵਿਨੋਦ ਸਿੰਘ ਕੋ ਭਾਈ ਕਾਹਨ ਸਿੰਘ। ਇਸੇ ਪ੍ਰਕਾਰ ਜਿਹੜੀ 63 ਕੁਲ ਸੀ ਉਹਦੇ ਵਿੱਚ ਬਾਬਾ ਵਿਨੋਦ ਸਿੰਘ ਜੀ ਸਨ। ਬਾਬਾ ਵਿਨੋਦ ਸਿੰਘ ਜੀ ਗੁਰੂ ਅੰਗਦ ਦੇ ਮਹਾਰਾਜ ਜੀ ਅੰਸ਼ ਬੰਸ ਵਿੱਚੋਂ ਸਨ। ਉਹਨਾਂ ਦੇ ਪੁੱਤਰ ਅੱਗੋਂ ਭਾਈ ਕਾਹਨ ਸਿੰਘ ਜੀ ਹਨ। ਕਾਹਨ ਸਿੰਘ ਕੋ ਸੁਤ ਮੀਰੀ ਭੁਜੰਗ। ਭਾਈ ਕਾਹਨ ਸਿੰਘ ਜੀ ਦਾ ਜਿਹੜਾ ਸੁਪੁੱਤਰ ਸੀ ਉਹ ਮੀਰੀ ਸਿੰਘ ਹੈ। ਲਈ ਤੁਰਕ ਸੋ ਉਨ ਜੁਗਤ ਮਿਲਾਏ। ਬੜੇ ਸਿਆਣੇ ਸਨ, ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਪਤਾ ਵੀ ਖਾਲਸੇ ਨੂੰ ਮਾਇਆ ਚਾਹੀਦੀ ਹੈ, ਮਾਇਆ ਤੋਂ ਬਿਨਾਂ ਗੁਜ਼ਾਰਾ ਨਹੀਂ। ਸਿੰਘ ਇਕੱਤਰ ਹੁੰਦੇ ਸਨ ਤੇ ਮਾਇਆ ਦੀ ਤਾਂ ਲੋੜ ਪੈਂਦੀ ਸੀ ਰਸਤਾਂ ਬਸਤਾਂ ਵਾਸਤੇ। ਇਸ ਕਰਕੇ ਲਾਹੌਰ ਦਰਬਾਰ ਵਿੱਚ ਨਾ ਉਹਨਾਂ ਚਾਕਰੀ ਕਰ ਲਈ। 500 ਸਿੰਘ ਉਹਨਾਂ ਦੇ ਨਾਲ ਸੀ ਤੇ ਰੋਜ਼ ਦਾ 500 ਰੁਪਇਆ ਲਵਾ ਲਿਆ ਵੀ ਮੈਂ 500 ਰੁਪਇਆ ਤੁਹਾਡੇ ਕੋਲੋਂ ਲਵਾਂਗਾ। ਪਰ ਵਿਸ਼ਵਾਸ ਨਹੀਂ ਸਨ ਕਰਦੇ ਤੁਰਕਾਂ ਤੇ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਆ ਵੀ ਆਪਣਾ ਖਰਚਾ ਪਾਣੀ ਚਲਾਉਂਦੇ ਸਨ। ਉਹਨਾਂ ਨੇ ਤੁਰਕਾਂ ਦੇ ਨਾਲ ਇਸ ਤਰ੍ਹਾਂ ਆਪਣੀ ਜੁਗਤ ਮਨਾ ਲਈ ਹੈ। ਦਈ ਸਭੀ ਉਸ ਗੱਲ ਸਮਝਾਏ। ਇਸੇ ਪ੍ਰਕਾਰ ਇੱਧਰ ਉਹਨਾਂ ਨੇ ਖਾਲਸੇ ਪੰਥ ਨੂੰ ਵੀ ਸਾਰੀ ਗੱਲ ਸਮਝਾ ਦਿੱਤੀ ਵੀ ਖਾਲਸਾ ਇਤਰਾਜ਼ ਨਾ ਕਰੇ ਵੀ ਮੈਂ ਜਾ ਕੇ ਲਾਹੌਰ ਦਰਬਾਰ 'ਚ ਨੌਕਰੀ ਕਿਉਂ ਕਰਦਾ। ਉਹਨਾਂ ਨੂੰ ਵੀ ਸਾਰੀ ਗੱਲ ਦੱਸ ਦਿੱਤੀ ਹੈ। ਦੋਹਰਾ ਸਾਖੀ ਸੁਨ ਅਬ ਉਨੋ ਕੀ ਸ੍ਰੀ ਗੁਰ ਗੈਰ ਜੋ ਗੁਰੂ ਅਖਾਏ। ਸਾਧ ਸੰਗਤ ਜੀ ਹੁਣ ਸਾਖੀ ਉਹਨਾਂ ਦੀ ਸਰਵਣ ਕਰੋ ਜਿਹੜੇ ਮਹਾਰਾਜ ਸਤਿਗੁਰਾਂ ਦੀ ਅੰਸ਼ ਬੰਸ ਵਿੱਚੋਂ ਸਨ ਤੇ ਗੁਰੂ ਬਣ ਕੇ ਬਹਿ ਗਏ ਸਨ। ਜਿਵੇਂ ਬਾਬਾ ਧੀਰਮਲ ਗੱਦੀ ਲਾ ਕੇ ਬਹਿ ਗਿਆ, ਰਾਮ ਰਾਏ ਵੀ ਗੱਦੀ ਲਾ ਕੇ ਬੈਠਾ ਰਿਹਾ, ਆਪਣੇ ਆਪ ਨੂੰ ਇਹਨਾਂ ਗੁਰੂ ਸਦਾਇਆ। ਇਸੇ ਪ੍ਰਕਾਰ ਗੁਰੂ ਕੁਲ ਦੇ ਵਿੱਚੋਂ ਇੱਕ ਬਾਬਾ ਗੁਲਾਬ ਰਾਏ ਹੋਇਆ ਜਿਹੜਾ ਗੱਦੀ ਲਾ ਕੇ ਬਹਿ ਗਿਆ ਸੀ 10ਵੇਂ ਪਾਤਸ਼ਾਹ ਮਹਾਰਾਜ ਕਲਗੀਧਰ ਜੀ ਤੋਂ ਬਾਅਦ। ਤੇ ਹੁਣ ਭਾਈ ਗੁਲਾਬ ਰਾਏ ਦੀ ਜਿਹੜੀ ਕਥਾ ਹੈ ਉਹ ਸਰਵਣ ਕਰੋ, ਜੋ ਸਤਿਗੁਰੂ ਦਸ਼ਮੇਸ਼ ਪਿਤਾ ਜੀ ਤੋਂ ਬਾਅਦ ਆਪਣੇ ਆਪ ਨੂੰ ਗੁਰੂ ਅਖਵਾ ਰਿਹਾ ਸੀ। ਤਤ ਖਾਲਸੇ ਸੋ ਬੈਰ ਰਖ ਮੂਏ ਹਾਰ ਪਛਤਾਏ। ਗੁਲਾਬ ਰਾਏ ਤਤ ਖਾਲਸੇ ਦੇ ਨਾਲ ਵੈਰ ਵੀ ਕਮਾਉਣ ਲੱਗ ਪਿਆ ਕਿਉਂਕਿ ਸਿੰਘ ਉਹਦਾ ਵਿਰੋਧ ਕਰਦੇ ਸਨ।
ਤੇ ਸਿੰਘ ਕਹਿਣ ਲੱਗੇ ਵੀ ਤੂੰ ਭਾਈ ਗੁਰੂ ਕਿਵੇਂ ਖਵਾਇਆ? ਮਹਾਰਾਜ ਨੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਹੈ ਤੇ ਪੰਥ ਨੂੰ ਪਾਤਸ਼ਾਹੀ ਦਿੱਤੀ ਹੈ, ਪੰਥ ਨੂੰ ਵੀ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ, ਤੇ ਇਸ ਕਰਕੇ ਤੂੰ ਗੁਰੂ ਨਹੀਂ ਬਣ ਸਕਦਾ। ਹੁਣ ਉਹ ਪੰਥ ਨਾਲ ਵੈਰ ਕਮਾਉਣ ਲੱਗ ਗਏ ਵੀ ਤੁਸੀਂ ਕੌਣ ਹੁੰਦੇ ਹੋ। ਸਾਰੀ ਕਥਾ ਕੇ ਵਿਸਥਾਰ ਦੇ ਨਾਲ ਆਵੇਗੀ ਉਹਦਾ ਕਾਰਨ ਕੀ ਸੀਗਾ। ਇਸ ਤਰ੍ਹਾਂ ਦੋਹਾਂ ਧਿਰਾਂ ਦਾ ਆਪਸੀ ਬਹੁਤ ਜ਼ਿਆਦਾ ਵੈਰ ਵਿਰੋਧ ਵੱਧ ਗਿਆ ਹੈ। ਦਲੀਆ ਦੇਖ ਚਰਿਤ ਦੀਏ ਚਤਰ ਗਿਆ ਹੁਨਰ ਗੁਰ ਸੋ ਕੀਨ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਮੈਂ ਤੁਹਾਨੂੰ ਸਾਰੀ ਕਥਾ ਸੁਣਾਵਾਂਗਾ, ਪਹਿਲਾਂ ਮੈਂ ਗੁਲਾਬ ਰਾਏ ਦੀ ਤੁਹਾਨੂੰ ਗੱਲ ਸੁਣਾਉਂਦਾ ਆ ਵੀ ਉੱਥੇ ਆਨੰਦਪੁਰ ਸਾਹਿਬ ਉਹ ਗੱਦੀ ਲਾ ਕੇ ਬਹਿ ਗਿਆ ਤੇ ਇੱਕ ਇਸਤਰੀ ਬੜੀ ਚਤਰ ਸੀ, ਉਹਨੇ ਆਪਣੇ ਹੁਨਰ ਦੇ ਨਾਲ ਨਾ ਤੇ ਗੁਲਾਬ ਰਾਏ ਨੂੰ ਜਿਸ ਤਰੀਕੇ ਨਾਲ ਠੱਗ ਕੇ ਉਹਦੇ ਕੋਲੋਂ ਪੁੱਤਰਾਂ ਦੀ ਦਾਤ ਲਈ ਹੈ ਉਹ ਤੁਹਾਨੂੰ ਮੈਂ ਕਥਾ ਸੁਣਾਉਂਦਾ ਹਾਂ। ਮੋਤੀ ਨਾ ਲਿਖਤ ਔਲਾਦ ਉਸ ਘਰ ਚਤੁਰਾਈ ਲੀਨ। ਇਸ ਤਰ੍ਹਾਂ ਕਹੋ ਕਿ ਅਕਾਲ ਪੁਰਖ ਨੇ ਉਹਦੇ ਕਰਮਾਂ ਦੇ ਵਿੱਚ ਨਾ ਔਲਾਦ ਨਹੀਂ ਸੀ ਲਿਖੀ ਹੋਈ ਤੇ ਉਹਨੇ ਆਪਣੇ ਹੁਨਰ ਨਾਲ ਤੇ ਆਪਣੀ ਚਤੁਰਾਈ ਦੇ ਨਾਲ ਗੁਲਾਬ ਰਾਏ ਦੇ ਕੋਲੋਂ ਪੁੱਤਰਾਂ ਦਾ ਵਰ ਪ੍ਰਾਪਤ ਕੀਤਾ ਹੈ। ਚਤੁਰਾਈ ਸੋ ਸੁਤ ਲੀਨ ਉਹਨੇ ਕਾ ਨਾਮ ਸੁਣਾਓ। ਉਹਨੇ ਜਿਸ ਚਤੁਰਾਈ ਦੇ ਨਾਲ ਤੇ ਜਿਸ ਤਰ੍ਹਾਂ ਪੁੱਤਰਾਂ ਦੀ ਦਾਤ ਪ੍ਰਾਪਤ ਕੀਤੀ ਹੈ ਤੇ ਉਹਨਾਂ ਦੋਹਾਂ ਪੁੱਤਰਾਂ ਦੇ ਨਾਮ ਤੁਹਾਨੂੰ ਸਰਵਣ ਕਰਾ ਕੇ ਤੇ ਉਹਨਾਂ ਦੀ ਕਥਾ ਸੁਣਾਉਂਦਾ ਹਾਂ। ਕਹਿ ਭਿਵਾਨੀਓ ਕਹੈ ਦੂਜੇ ਕੋ ਗੁਰਿਓ ਬੁਤਾਉ। ਭਾਈ ਸਾਹਿਬ ਕਹਿੰਦੇ ਵੀ ਇੱਕ ਦਾ ਨਾਮ ਸੀ ਭਵਾਨੀਓ, ਇਸ ਬੀਬੀ ਦਾ ਜਿਹੜਾ ਪਹਿਲਾ ਪੁੱਤਰ ਸੀ ਭਵਾਨੀਓ, ਤੇ ਦੂਜੇ ਦਾ ਨਾਮ ਸੀ ਗੁਰੀਓ। ਦੋ ਪੁੱਤਰ ਸਨ ਇਸ ਬੀਬੀ ਦੇ ਤੇ ਦੋਹੇ ਪੁੱਤਰਾਂ ਦਾ ਵਰ ਗੁਲਾਬ ਰਾਏ ਨੇ ਦਿੱਤਾ ਹੈ। ਮਹਿਰੀ ਕਹਿ ਉਸ ਇਸਤਰੀ ਜਿਹੇ ਸੁਤ ਹੁਤ ਨਹਿ ਲੇਖ। ਸਾਧ ਸੰਗਤ ਜੀ ਇੱਕ ਮਹਿਰੀ ਇਸਤਰੀ ਸੀ ਜਿਹੜੀ ਉੱਥੇ ਰਹਿੰਦੀ ਸੀ ਤੇ ਵਾਹਿਗੁਰੂ ਨੂੰ ਉਹਦੇ ਲੇਖਾਂ ਦੇ ਵਿੱਚ ਪੁੱਤਰ ਨਹੀਂ ਲਿਖਿਆ ਹੈ। ਦੇਤੇ ਪੁੱਤਰ ਸਬਲ ਕੋ ਗੁਲਾਬ ਰਾਏ ਕੋ ਪੇਖ। ਗੁਲਾਬ ਰਾਏ ਗੁਰੂ ਸਾਹਿਬ ਦੀ ਅੰਸ਼ ਵਿੱਚੋਂ ਸੀ, ਭਾਵਾਂ ਕਿ ਭਾਈ ਸਾਹਿਬ ਨੇ ਜ਼ਿਕਰ ਕੀਤਾ ਹੈ ਵੀ ਗੁਲਾਬ ਰਾਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪੋਤਰਾ ਸੀ, ਪਰ ਭਾਈ ਕਾਹਨ ਸਿੰਘ ਨਾਭਾ ਇਹ ਲਿਖਦੇ ਵੀ ਉਹ ਮਹਾਰਾਜ ਦਾ ਪੋਤਰਾ ਨਹੀਂ ਸੀ, ਪੜਪੋਤਰਾ ਸੀਗਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਸੁਪੁੱਤਰ ਸਨ। 5 ਸੁਪੁੱਤਰਾਂ ਵਿੱਚੋਂ ਜਿਹੜਾ ਦੂਸਰੇ ਨੰਬਰ ਵਾਲਾ ਪੁੱਤਰ ਸੀ ਨਾ ਬਾਬਾ ਸੂਰਜਮਲ, ਬਾਬਾ ਸੂਰਜਮਲ ਦਾ ਪੁੱਤਰ ਅੱਗੋਂ ਹੋਇਆ ਭਾਈ ਦੀਪ, ਜਿਨ੍ਹਾਂ ਨੂੰ ਭਾਈ ਦੀਪ ਚੰਦ ਕਹਿੰਦੇ ਨੇ। ਤੇ ਭਾਈ ਦੀਪ ਚੰਦ ਦੇ ਗ੍ਰਹਿ ਦੇ ਵਿੱਚ ਸਾਧ ਸੰਗਤ ਜੀ ਅੱਗੋਂ ਪੁੱਤਰ ਨੇ ਜਨਮ ਧਾਰਨ ਕੀਤਾ ਤੇ ਉਹਦੇ ਘਰ ਦੇ ਵਿੱਚ ਗੁਲਾਬ ਰਾਏ ਪ੍ਰਗਟ ਹੋਇਆ। ਭਾਈ ਸੂਰਜਮਲ ਜੀ ਜਿਹੜੇ ਸਨ ਉਹਨਾਂ ਦੀ ਅੰਸ਼ ਵੰਸ਼ ਵਿੱਚੋਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਿਵਾਰ ਵਿੱਚੋਂ ਸੀ ਗੁਲਾਬ ਰਾਏ। ਹੁਣ ਇਹ ਜਿਹੜਾ ਗੁਲਾਬ ਰਾਏ ਸੀ ਗੁਰੂ ਅੰਸ਼ ਵੰਸ਼ ਵਿੱਚੋਂ ਹੋਣ ਕਰਕੇ ਇਹ ਵੀ ਤਾਕਤਵਰ ਸੀ। ਵਿਦਵਾਨ ਸੱਜਣ ਕਹਿੰਦੇ, ਜਿਵੇਂ ਭਾਈ ਸੰਤੋਖ ਸਿੰਘ ਲਿਖਦੇ ਵੀ ਕਰਾਮਾਤ ਤਾਂ ਗੁਰੂ ਘਰ ਦੇ ਕੂਕਰਾਂ ਵਿੱਚ ਵੀ ਹੁੰਦੀ ਹੈ, ਇਹ ਤਾਂ ਫਿਰ ਵੀ ਮਹਾਰਾਜ ਦੀ ਅੰਸ਼ ਵੰਸ਼ ਵਿੱਚੋਂ ਸਨ। ਪਰ ਇਹਨਾਂ ਗਲਤੀ ਕੀਤੀ ਵੀ ਉਹ ਗੱਦੀ ਲਾ ਕੇ ਬਹਿ ਗਏ, ਜਿਸ ਕਰਕੇ ਇਹਨਾਂ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ। ਜਿਵੇਂ ਬਾਬਾ ਦਾਤੂ ਜੀ ਜਿਹੜੇ ਸਨ ਉਹ ਵੀ ਗੱਦੀ ਲਾ ਕੇ ਬਹਿ ਗਏ ਸਨ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਜਿਹੜੇ ਸੁਪੁੱਤਰ ਬਾਬਾ ਦਾਸੂ ਜੀ, ਬਾਬਾ ਦਾਤੂ ਜੀ, ਉਹਨਾਂ ਵੀ ਗੱਦੀ ਲਾ ਲਈ ਸੀ। ਅਖੀਰ ਉਹਨਾਂ ਨੂੰ ਭੁਗਤਣਾ ਪਿਆ, ਫਿਰ ਮਾਫੀਆਂ ਮੰਗੀਆਂ ਸਤਿਗੁਰਾਂ ਦੇ ਚਰਨਾਂ ਵਿੱਚੋਂ ਆ ਕੇ। ਇਸ ਪ੍ਰਕਾਰ ਜਿਹੜਾ ਗੁਲਾਬ ਰਾਏ ਸੀਗਾ ਗੁਰੂ ਸਾਹਿਬ ਦੀ ਅੰਸ਼ ਵੰਸ਼ ਵਿੱਚ ਹੋਣ ਕਰਕੇ ਕਰਾਮਾਤੀ ਹੈ। ਦੋਹਰਾ ਗਈ ਸੋਢੀ ਰਾਏ ਗੁਲਾਬ ਪੈ ਜਬ ਬੈਠੋ ਮੰਜੀ ਲਾਏ। ਇਹ ਜਦੋਂ ਮੰਜੀ ਲਾ ਕੇ ਬਹਿ ਗਿਆ ਤੇ ਲੋਕ ਇਹਦੇ ਕੋਲ ਆਉਂਦੇ ਸਨ, ਪੁੱਤਰਾਂ ਦਾ ਵਰ ਲੈਂਦੇ ਤੇ ਲੋਕਾਂ ਨੂੰ ਪੁੱਤਰਾਂ ਦੀ ਦਾਤ ਦਿੰਦਾ, ਉਹਨਾਂ ਨੂੰ ਵਰ ਆਦਿਕ ਦੇ ਦਿੰਦਾ। ਤੇ ਇਹ ਜਿਹੜੀ ਬੀਬੀ ਸੀ ਇਹ ਸੋਢੀ ਗੁਲਾਬ ਰਾਏ ਦੇ ਪਾਸ ਚਲੀ ਗਈ ਹੈ। ਦੂਧ ਪੂਤ ਸੰਗਤ ਦਏ ਸੁਨ ਮਹਿਰੀ ਆਈ ਧਾਏ। ਹੁਣ ਇਸ ਮਹਿਰੀ ਨੇ ਵੀ ਸੁਣਿਆ ਵੀ ਇਹ ਦੁੱਧ ਪੁੱਤਰ ਦੀ ਦਾਤ ਦਿੰਦਾ, ਗੁਰੂ ਬਣ ਕੇ ਬੈਠਾ, ਇਹਦੀ ਰਸਨਾ ਤੇ ਸਤਿਗੁਰੂ ਵਰਤਦੇ ਨੇ, ਜੋ ਬਚਨ ਕਹਿੰਦਾ ਸੱਤ ਹੋ ਜਾਂਦਾ। ਇਹ ਮਹਿਮਾ ਸੁਣ ਕੇ ਆ ਗਈ ਹੈ। ਗੁਰੂ ਗੋਬਿੰਦ ਸਿੰਘ ਬੈਠੇ। ਸਾਧ ਸੰਗਤ ਜੀ, ਜਿਸ ਦਮਦਮਾ ਦੀ ਧਰਤੀ ਤੇ, ਦਮਦਮਾ ਜਿੱਥੇ ਮਹਾਰਾਜ ਕਲਗੀਧਰ ਜੀ ਆਨੰਦਪੁਰ ਸਾਹਿਬ ਵਿਰਾਜਦੇ ਸਨ, ਜਿੱਥੇ ਤਖਤ ਹੁੰਦਾ ਸੀ ਸਤਿਗੁਰਾਂ ਦਾ, ਜਿੱਥੇ ਆਪ ਸਤਿਗੁਰੂ ਬਹਿੰਦੇ ਸਨ, ਉਸ ਜਗ੍ਹਾ ਦੇ ਉੱਪਰ ਇੱਕ ਵਿਦਵਾਨ ਨੇ ਬੜਾ ਸੋਹਣਾ ਬਚਨ ਲਿਖਿਆ ਵੀ ਜਿਹੜਾ ਦਮਦਮਾ ਹੁੰਦਾ ਸੀ ਨਾ ਮਹਾਰਾਜ ਦਾ ਤਖਤ, ਜਿੱਥੇ ਆਪ ਬਹਿੰਦੇ ਸਨ, ਜੇ ਦੂਸਰੇ ਸਤਿਗੁਰੂ ਸਾਹਿਬਾਨ ਆਉਂਦੇ ਸਨ ਉੱਥੇ ਨਹੀਂ ਸਨ ਬਹਿੰਦੇ, ਦੂਜੇ ਪਾਸੇ ਬਹਿੰਦੇ ਸਨ, ਵੀ ਉਸ ਜਗ੍ਹਾ ਦਾ ਸਤਿਕਾਰ ਕਰਦੇ ਸਨ। ਤੇ ਕਹਿੰਦੇ ਜਿਹੜੇ
ਗੁਲਾਬ ਰਾਏ ਸਨ, ਇਹਨਾਂ ਕੀ ਕੀਤਾ ਵੀ ਜਿੱਥੇ ਮਹਾਰਾਜ ਆਪ ਬਹਿੰਦੇ ਸਨ ਉਸ ਜਗ੍ਹਾ ਤੇ ਪੈਰ ਰੱਖ ਕੇ ਤੇ ਉੱਤੇ ਮੰਜਾ ਰੱਖ ਕੇ ਬਹਿ ਜਾਂਦੇ ਸਨ। ਇਹਨਾਂ ਨੇ ਮਹਾਰਾਜ ਦੇ ਤਖਤ ਦੀ, ਸਤਿਗੁਰਾਂ ਦੇ ਸਥਾਨ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਮੰਜਾ ਲਾ ਕੇ ਬਹਿ ਗਏ ਹਨ ਤੇ ਉੱਥੇ ਬੀਬੀ ਆ ਗਈ ਹੈ। ਲਾਏ ਮੰਜੀ ਗੁਲਾਬ ਰਾਏ ਐਥੇ, ਜਿਸ ਜਗ੍ਹਾ ਤੇ ਮਹਾਰਾਜ ਸਤਿਗੁਰੂ ਅਨੰਦਪੁਰ ਸਾਹਿਬ ਜੀ ਆਪ ਬਿਰਾਜਦੇ ਨੇ, ਸਤਿਗੁਰਾਂ ਦਾ ਜਿਹੜਾ ਸਥਾਨ ਹੈ, ਉੱਥੇ ਗੁਲਾਬ ਰਾਏ ਮੰਜੀ ਲਾ ਕੇ ਬੈਠਾ ਹੈ। ਜੋ ਸੋਤ ਹੈ ਜਾਏ ਮਹਿਰੀ ਠਾਡੀ ਭਈ, ਇਹ ਜਿਹੜੀ ਬੀਬੀ ਸਨਮੁਖ ਜਾ ਕੇ ਦੋਨੇ ਹੱਥ ਜੋੜ ਕੇ ਖਲੋ ਗਈ ਹੈ। ਹੱਥ ਜੋੜ ਤਿਨ ਬਿਨਤੀ ਕਹੀ, ਦੋਨੇ ਹੱਥ ਜੋੜ ਕੇ ਨੇ ਅਰਦਾਸ ਬੇਨਤੀ ਕੀਤੀ ਹੈ। ਮੇਰੀ ਸਾਂਝ ਜਗ ਮਾਹੀ ਕਰਾਓ, ਬੇਨਤੀ ਕੀਤੀ ਵੀ ਕਿਰਪਾ ਕਰੋ ਮੈਨੂੰ ਵਰ ਦਿਓ, ਮੇਰੀ ਸਾਂਝ ਜਗਤ ਵਿੱਚ ਕਰਾ ਦਿਓ। ਤੈ ਪੁੱਤਰ ਮੋਹਿ ਜਗਤ ਰਲਾਓ, ਮੈਨੂੰ ਪੁੱਤਰ ਦੀ ਦਾਤ ਦਿਓ ਤੇ ਮੈਨੂੰ ਵੀ ਜਗਤ ਵਿੱਚ ਰਲਾ ਦਿਓ, ਮੇਰੀ ਅੰਸ਼ ਬੰਸ ਵੱਧ ਜਾਏ। ਪੁੱਤਰਨ ਤੇ ਹੋਵੇ ਜਗ ਸਾਂਝ, ਪੁੱਤਰਾਂ ਨਾਲ ਹੀ ਜਗਤ ਵਿੱਚ ਸਾਂਝ ਹੁੰਦੀ ਹੈ। ਪੁੱਤਰਨ ਅਕਾਰਥ ਜਨਮ ਜਗ ਮਾਂਝ, ਪੁੱਤਰ ਤੋਂ ਬਿਨਾਂ ਸੰਸਾਰ ਦੇ ਵਿੱਚ ਜਨਮ ਹੀ ਅਕਾਰਥ ਹੈ। ਇਹੀ ਪੁਜਾਵੋ ਹਮਰੀ ਆਸ, ਕਿਰਪਾ ਕਰਕੇ ਸਾਡੀ ਆਸ ਜਿਹੜੀ ਹੈ ਉਹ ਆਪ ਜੀ ਪੁਜਾ ਦਿਓ, ਭਾਵ ਪੂਰੀ ਕਰ ਦਿਓ। ਮੋਹਿ ਪੁੱਤਰਨ ਕੀ ਹੈ ਬੜ ਖਾਸ, ਮੈਨੂੰ ਪੁੱਤਰਾਂ ਦੀ ਬੜੀ ਇੱਛਾ ਖਾਹਿਸ਼ ਹੈ। ਜੀਵਨ ਜੋਗੇ ਦੂਏ ਸੁਤ ਦਇਐ, ਜੀਵਨ ਜੋਗੇ ਦਾ ਭਾਵ ਹੁੰਦਾ ਵੀ ਲੰਮੀ ਉਮਰ ਵਾਲੇ ਮੈਨੂੰ 2 ਪੁੱਤਰ ਦੇ ਦਿਓ, ਹਮਰੀ ਸਾਂਝ ਜਗ ਮਹਿ ਰਲਵਈਐ, ਤਾਂ ਕਿ ਮੇਰੀ ਸਾਂਝ ਵੀ ਜਗਤ ਵਿੱਚ ਰਹਿ ਜਾਏ। ਵਰ ਦਿਓ ਤੇ ਮੇਰੀ ਸਾਂਝ ਜਿਹੜੀ ਸੰਸਾਰ ਵਿੱਚ ਰਲਾ ਦਿਓ। ਦੋਹਰਾ ਭਾਈ ਮਸੰਦ ਸੁਲੱਖਣੋ, ਓ ਮੇਵੜ ਖੜੇ ਅਨੇਕ, ਉਸ ਵਕਤ ਇਹਨਾਂ ਦਾ ਮਸੰਦ ਸੀ ਇੱਕ, ਜਿਹਦਾ ਨਾਮ ਭਾਈ ਸੁਲੱਖਣਾ ਹੈ। ਇਹ ਮਸੰਦ ਸੀ ਤੇ ਹੋਰ ਕਈ ਮੇਵੜੇ ਜਿਹੜੇ ਅਰਦਾਸੀ ਹੁੰਦੇ ਨੇ ਉਹ ਕੋਲ ਖਲੋਤੇ ਹੋਏ ਹਨ। ਕਰੀ ਫਰਮਾਇਸ਼ ਸਭਨ ਮਿਲ, ਵਲ ਮਹਿਰੀ ਕੀ ਵੇਖ, ਇਸ ਬੀਬੀ ਦੀ ਭਾਵਨਾ ਜਾਣ ਕੇ ਜਦੋਂ ਬਹੁਤੇ ਵਿਰਾਗ ਵਿੱਚ ਆ ਕੇ ਅਰਦਾਸ ਕਰਨ ਲੱਗੀ ਤੇ ਸਾਰਿਆਂ ਨੇ ਫਰਮਾਇਸ਼ ਕਰ ਦਿੱਤੀ। ਮੇਵੜੇ ਸਨ, ਭਾਈ ਸੁਲੱਖਣਾ ਜਿਹੜਾ ਮਸੰਦ ਸੀ ਉਹਨੇ ਵੀ ਕਹਿ ਦਿੱਤਾ ਵੀ ਤੁਸੀਂ ਕਿਰਪਾ ਕਰ ਦਿਓ। ਰਹ ਸਿੱਖ ਸੰਗਤ ਜਬ ਕਹੀ, ਤਬ ਗੁਰੂ ਕੀਓ ਧਿਆਨ, ਸਾਰੀ ਸੰਗਤ ਨੇ ਰਲ ਮਿਲ ਕੇ ਜਦੋਂ ਅਰਦਾਸ ਬੇਨਤੀ ਕੀਤੀ ਤੇ ਗੁਲਾਬ ਰਾਏ ਨੇ ਫਿਰ ਉਸ ਬੀਬੀ ਵੱਲ ਧਿਆਨ ਕੀਤਾ ਹੈ। ਲੇਖ ਨ ਲਿਖਿਓ ਇਸ ਪੁੱਤਰ, ਉੱਚੇ ਕਹੀ ਬਿਖਿਆਨ, ਹੁਣ ਸਤਿਗੁਰਾਂ ਦੀ ਬਰਾਬਰੀ ਕਰਦਾ ਸੀ ਨਾ ਤੇ ਉੱਚੀ ਜੀ ਆਵਾਜ਼ ਮਾਰੀ, ਆਖਿਆ ਵੀ ਬੀਬਾ ਤੇਰੇ ਭਾਗਾਂ ਵਿੱਚ ਨਾ ਪੁੱਤਰ ਨਹੀਂ ਲਿਖਿਆ। ਚੌਪਈ ਹੋਤੀ ਸੁਨੱਥੀ ਮਹਿਰੀ ਖੜੀ, ਹੁਣ ਉਹ ਬੀਬੀ ਸਾਹਮਣੇ ਖਲੋਤੀ ਹੋਈ ਸੁਣ ਰਹੀ ਸੀ। ਜਦੋਂ ਇਹਨੇ ਉੱਚੀ ਜੀ ਆਖਿਆ ਨਾ ਵੀ ਤੇਰੇ ਭਾਗਾਂ ਵਿੱਚ ਪੁੱਤਰ ਨਹੀਂ ਲਿਖਿਆ, ਮਹਿ ਲਿਖਿਓ ਗੱਲ ਉਸ ਕੰਨ ਪੜੀ, ਭਾਈ ਰਤਨ ਸਿੰਘ ਕਹਿੰਦੇ ਜਦੋਂ ਇਹ ਗੱਲ ਉਸ ਬੀਬੀ ਦੇ ਕੰਨ ਵਿੱਚ ਪੈ ਗਈ ਹੈ, ਉਹਨੇ ਸੁਣਿਆ ਹੈ। ਦੌੜ ਜਾਏ ਕਲਮ ਕਾਗਜ਼ ਆਣਾ, ਦੌੜ ਕੇ ਗਈ ਤੇ ਇੱਕ ਕਾਗਜ਼ ਤੇ ਇੱਕ ਕਲਮ ਲੈ ਆਈ ਹੈ। ਕਲਮ ਦਾਨ ਲਿਆਏ ਅੱਗੇ ਠਾਣਾ, ਤੇ ਕਲਮਦਾਨ ਲੈ ਆਈ। ਕਲਮਦਾਨ ਕਹਿੰਦੇ ਸਿਆਹੀ ਵਾਲਾ ਜਿਹੜਾ ਬਰਤਨ ਨੂੰ ਕਲਮਦਾਨ ਕਹਿੰਦੇ ਨੇ। ਕਲਮਦਾਨ, ਕਲਮ ਤੇ ਕਾਗਜ਼ ਤੇ ਸਿਆਹੀ ਲੈ ਕੇ ਆ ਗਈ ਹੈ। ਹੱਥ ਜੋੜ ਫਿਰ ਬੇਨਤੀ ਕਹੀ, ਦੋਨੇ ਹੱਥ ਜੋੜ ਕੇ ਬੇਨਤੀ ਕਰਨ ਲੱਗੀ ਹੈ ਜੋ ਲਿਖੀ ਨ ਆਗੇ ਅਬ ਲਿਖ ਦੇ ਸਹੀ, ਵੀ ਜੇ ਪਹਿਲਾਂ ਨਹੀਂ ਲਿਖੀ ਤੇ ਹੁਣ ਲਿਖ ਦਿਓ। ਮਾਈ ਸੁਲੱਖਣੀ ਆਈ ਸੀ ਨਾ ਚੰਬੇ ਵਾਲੀ, ਮਹਾਰਾਜ ਸਤਿਗੁਰਾਂ ਦੇ ਚਰਨਾਂ ਵਿੱਚ ਵੀ ਪੁੱਤਰ ਦੇ ਦਿਓ। ਮਹਾਰਾਜ ਕਹਿੰਦੇ ਤੇਰੇ ਭਾਗਾਂ 'ਚ ਪੁੱਤਰ ਕੋਈ ਨਹੀਂ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਜਦੋਂ ਪੁੱਤਰ ਮੰਗਿਆ ਤੇ ਪੁੱਤਰ ਨਾ ਮਿਲਿਆ ਤੇ ਸਾਧ ਸੰਗਤ ਜੀ ਫਿਰ ਬਾਹਰ ਜਾ ਕੇ ਬਹਿ ਗਈ, ਬੜੀ ਨਿਰਾਸ਼ ਚਿਹਰੇ ਦੇ ਉੱਤੇ, ਬੜੀ ਉਦਾਸੀ, ਚਿਹਰਾ ਮੁਰਝਾਇਆ। ਤੇ ਭਾਈ ਗੁਰਦਾਸ ਜੀ ਕੋਲੋਂ ਲੰਘੇ, ਵੇਖਿਆ ਬੀਬਾ ਵੀ ਇੱਥੇ ਤਾਂ ਲੋਕ ਆ ਕੇ ਖੁਸ਼ ਹੁੰਦੇ ਨੇ ਵੀ ਤੂੰ ਉਦਾਸ ਬੈਠੀ ਆ। ਉਹਨੇ ਵਿਥਿਆ ਦੱਸੀ ਵੀ ਪੁੱਤਰ ਕੋਈ ਨਹੀਂ ਤੇ ਪੁੱਤਰ ਲੈਣ ਆਈ ਸੀ ਤੇ ਜਵਾਬ ਹੋ ਗਿਆ। ਮਹਾਰਾਜ 6ਵੇਂ ਪਾਤਸ਼ਾਹ ਕਹਿੰਦੇ ਵੀ ਤੇਰੇ ਤਾਂ ਭਾਗਾਂ ਵਿੱਚ ਪਰਮੇਸ਼ਰ ਨੇ ਪੁੱਤਰ ਨਹੀਂ ਲਿਖਿਆ। ਕਹਿੰਦੇ ਕੋਈ ਗੱਲ ਨਹੀਂ, ਤਰੀਕਾ ਦੱਸ ਦੇਣਾ। ਮਹਾਰਾਜ ਜਦੋਂ ਨਿਕਲਣ ਲੱਗੇ ਨਾ ਸ਼ਿਕਾਰ ਵਾਸਤੇ ਤੇ ਰਾਹ ਵਿੱਚ ਖਲੋ ਜਾਈ ਤੇ ਸ਼ਾਹੀ ਦਵਾਤ ਤੇ ਕਾਗਜ਼ ਲੈ ਲਈ। ਜਦੋਂ ਕਹਿਣਗੇ ਨਾ ਮਹਾਰਾਜ ਵੀ ਤੇਰੇ ਭਾਗਾਂ 'ਚ ਨਹੀਂ ਲਿਖਿਆ, ਇਹ ਬੇਨਤੀ ਕਰੀ ਵੀ ਮਹਾਰਾਜ ਇੱਥੇ ਵੀ ਲਿਖਣ ਵਾਲੇ ਤੇ ਉੱਥੇ ਵੀ ਲਿਖਣ ਵਾਲੇ ਤੁਸੀਂ ਹੋ, ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ। ਉਹ ਬੀਬਾ ਨੇ ਕਲਮ ਲੈ ਲਈ, ਸ਼ਾਹੀ ਲੈ ਲਈ, ਕਿਉਂਕਿ ਸਾਧੂ ਜਿਹੜਾ ਹੁੰਦਾ ਨਾ ਉਹ ਮਾਰਗ ਦੱਸਦਾ ਹੈ। ਭਾਈ ਗੁਰਦਾਸ ਜੀ ਨੇ ਰਾਹ ਦੱਸ ਦਿੱਤਾ।
ਕਾਗਜ਼ ਦਵਾਤ ਕਲਮ ਲੈ ਕੇ ਨਾ ਰਾਹ 'ਚ ਖਲੋ ਗਈ, ਤੇ ਜਿੱਥੋਂ ਛੇਵੇਂ ਪਾਤਸ਼ਾਹ ਸ਼ਿਕਾਰ ਨੂੰ ਲੰਘਦੇ ਸਨ ਤੇ ਰਾਹ ਰੋਕ ਕੇ ਤੇ ਘੋੜੇ ਦੀ ਵਾਗ ਫੜ ਲਈ ਤੇ ਗੁਰੂ ਸਾਹਿਬ ਜੀ ਦੀ ਮਹਿਮਾ ਕੀਤੀ। ਬੀਬੀ ਨੇ ਇੱਕ ਛੰਤ ਉੱਥੇ ਗਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਕਰਦਿਆਂ ਬੀਬੀ ਉਹ ਬੇਨਤੀ ਕਰਨ ਲੱਗੀ, ਸਤਿਗੁਰੂ ਕਿਰਪਾ ਕਰੋ ਪੁੱਤਰ ਦੀ ਦਾਤ ਦਿਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਬੀਬਾ ਸੀ ਪਹਿਲਾਂ ਕਿਹਾ ਸੀ ਵੀ ਤੇਰੇ ਭਾਗਾਂ ਦੇ ਵਿੱਚ ਚਿੱਟੀਏ ਪੱਗੇ ਸੱਸੀਏ ਦਾੜੀਏ, ਚਿੱਟੇ ਰੰਗ ਦੀ ਪੱਗ ਤੇ ਸੱਸੀਏ ਕਾਲੇ ਰੰਗ ਦਾ ਦਾੜਾ। ਉਹਨੇ ਅਰਦਾਸ ਕੀਤੀ ਬੀਬੀ ਨੇ, ਸਤਿਗੁਰਾਂ ਕੋ ਅਰਦਾਸ ਕਰਕੇ ਕਹਿਣ ਲੱਗੇ ਵੀ ਪੁੱਤਰ ਦੀ ਦਾਤ ਦੇ ਦਿਓ। ਤੇ ਸਤਿਗੁਰੂ ਕਹਿੰਦੇ, ਬੀਬਾ ਤੈਨੂੰ ਪਹਿਲਾਂ ਕਿਹਾ ਸੀ ਤੇਰੇ ਭਾਗਾਂ ਵਿੱਚ ਪੁੱਤਰ ਨਹੀਂ। ਉਹ ਕਲਮ ਕਾਗਜ਼ ਤੇ ਦਵਾਤ ਮੂਹਰੇ ਕਰਕੇ ਕਹਿੰਦੀ, ਮਹਾਰਾਜ ਵੀ ਲਿਖਣ ਵਾਲੇ ਤਾਂ ਤੁਸੀਂ ਹੋ ਨਾ, ਲੋਕ ਤੇ ਪਰਲੋਕ ਵਿੱਚ, ਤੇ ਕਿਰਪਾ ਕਰੋ ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ। ਭਾਵਨਾ ਬੜੀ ਸੀ, ਅਫਲ ਜਾਂਦੀ ਨੂੰ ਤਾਂ ਕੋਈ ਇੱਕ ਫਲ ਲੱਗੇ, ਮੈਂ ਤਾਂ ਅਫਲ ਜਾ ਰਹੀ ਹਾਂ ਤੇ ਇੱਕ ਫਲ ਤਾਂ ਲਾ ਦਿਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਇਹ ਤਰਤੀਬ ਬੀਬੀ ਦੀ ਵੇਖੀ ਨਾ ਤੇ ਬੜੇ ਖੁਸ਼ ਹੋਏ, ਪ੍ਰਸੰਨ ਹੋਏ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਲਿਆ ਬੀਬਾ। ਕਾਗਜ਼ ਲੈ ਕੇ ਜਦੋਂ ਇੱਕ ਲਿਖਣ ਲੱਗੇ ਤੇ ਪਰਮੇਸ਼ਰ ਨੂੰ ਮਨਜ਼ੂਰ ਕੁਝ ਹੋਰ ਸੀ, ਤੇ ਘੋੜੇ ਨੇ ਪੌੜ ਹਿਲਾਤਾ, ਪੈਰ ਹਿਲਾਤਾ ਵੀ ਇੱਕ ਦੀ ਜਗ੍ਹਾ ਤੇ ਸਾਤਾ ਪੈ ਗਿਆ। ਜਦੋਂ ਸਾਤਾ ਪੈ ਗਿਆ ਮਹਾਰਾਜ ਕਹਿਣ ਲੱਗੇ, ਬੀਬਾ ਵੀ ਆਈ ਤਾਂ ਇੱਕ ਪੁੱਤਰ ਲੈਣ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੈਨੂੰ 7 ਦੇ ਦਿੱਤੇ ਨੇ, ਵੀ ਚੱਲ ਤੂੰ ਇੱਦਾਂ ਕਰੀ ਵੀ 7 ਵਿੱਚੋਂ ਫਿਰ ਇੱਕ ਅੱਧਾ ਸਾਨੂੰ ਦੇ ਦਾਈ, ਵੀ ਸਿੱਖ ਬਣੇਗਾ, ਸੇਵਾ ਕਰੇਗਾ। ਉਹ ਬੀਬੀ ਦਾ ਜਵਾਬ ਸੀ, ਮਹਾਰਾਜ ਸਰਨਾ ਨਹੀਂ। ਭਾਈ ਸੰਤੋਖ ਸਿੰਘ ਲਿਖਦੇ ਵੀ ਕਿਤੇ ਇੱਕ ਮੰਗਣ ਆਈ ਸੀ, 7 ਮਿਲ ਗਏ। ਹੁਣ ਆਖੇ ਜੀ 7 ਨਾਲ ਸਰਨਾ ਨਹੀਂ, ਵੀ ਕੋਈ ਵਪਾਰ ਕਰੇਗਾ, ਕੋਈ ਘਰ 'ਚ ਬਹਿ ਕੇ ਸੇਵਾ ਕਰੇਗਾ, ਕੋਈ ਖੇਤਾਂ ਦੇ ਵਿੱਚ ਜਾ ਕੇ ਕੰਮਕਾਰ ਕਰੇਗਾ। ਮਹਾਰਾਜ ਵੀ ਇਹ 7 ਦੇ 7 ਕੋਈ ਨਾ ਕੋਈ ਕੰਮਕਾਰ ਕਰਨਗੇ, ਫਿਰ ਮੇਰਾ ਔਖਾ ਹੋ ਜਾਣਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਦਿਆਲੂ ਨੇ, ਕਿਰਪਾ ਕੀਤੀ, ਖੇਡ ਵਰਤਾ ਦਿੱਤੀ। ਭਾਵਨਾ ਸੀ ਨਾ, ਹੁਣ ਘੋੜੇ ਦੇ ਪੌੜ ਦੇ ਨਾਲ ਨਹੀਂ 7 ਪਿਆ, ਉਹ ਤਾਂ ਖੇਡ ਸੀ, ਇੱਕ ਬਹਾਨਾ ਬਣ ਗਿਆ। ਇੱਕ ਲੈਣ ਆਈ ਤੇ ਵੇਖੋ ਦਿਨ ਦਿਨ ਚੜ੍ਹਿਆ ਸਵਾਇਆ ਨਾਨਕ ਹੋਤ ਨਾ ਘਾਟ, ਉਹਦੀਆਂ ਦਾਤਾਂ ਜਿਹੜੀਆਂ ਵੱਧਦੀਆਂ ਨੇ, ਕਿਤੇ ਇੱਕ ਨਹੀਂ ਸੀ ਮਿਲਦਾ ਤੇ ਕਿਤੇ ਮਹਾਰਾਜ ਨੇ 7 ਦੇ ਕੇ ਨਵਾਜ ਦਿੱਤਾ ਉਹਦੀ ਭਾਵਨਾ ਵੇਖ ਕੇ। ਇੱਥੇ ਜਿਹੜੀ ਕਥਾ ਆਈ, ਖੈਰ ਗੁਲਾਬ ਰਾਏ ਤਾਂ ਢੋਂਗ ਕਰਦਾ ਸੀ ਨਾ, ਅਸਲੀਅਤ ਵਿੱਚ ਉਹ ਢੋਂਗ ਕਰ ਰਿਹਾ ਸੀ ਗੁਰੂ ਬਣਨ ਦਾ, ਪਰ ਜਿਹੜੀ ਬੀਬੀ ਸੀ ਸਾਹਮਣੇ ਆ ਕੇ ਖਲੋਤੀ, ਉਹਦੇ ਭਾਣੇ ਇਹ ਗੁਰੂ ਸੀਗਾ। ਉਹ ਕਹਿਣ ਲੱਗੀ ਵੀ ਬਾਬਾ ਜੀ ਜੇ ਦਰਗਾਹ 'ਚ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ ਫਿਰ। ਉਹਨੇ ਲਿਆ ਕੇ ਕਾਗਜ਼ ਜਿਹੜਾ ਸੀ ਗੁਲਾਬ ਰਾਏ ਦੇ ਮੂਹਰੇ ਕਰ ਦਿੱਤਾ ਹੈ। ਇੱਥੇ ਤੇ ਉੱਥੇ ਕੇਵਲ ਤੁਸੀਂ ਆਪ ਹੀ ਲਿਖਣ ਵਾਲੇ ਹੋ, ਜੇ ਪਹਿਲਾਂ ਨਹੀਂ ਲਿਖਿਆ ਤੇ ਕਿਰਪਾ ਕਰੋ ਮੇਰੇ ਭਾਗਾਂ ਵਿੱਚ ਹੁਣ ਲਿਖ ਦਿਓ। ਕਿਰਪਾ ਕਰੋ ਜੀ ਜੇ ਮੇਰੇ ਮੱਥੇ ਦੇ ਉੱਤੇ ਨਾ ਨਵੇਂ ਲੇਖ ਆਪ ਜੀ ਲਿਖ ਦਿਓ। ਤੇ ਕਹਿੰਦੇ ਵੀ ਜੇ ਗੁਰੂ ਦੀ ਸੇਵਾ ਕਰਕੇ ਫਿਰ ਵੀ ਕੁਝ ਨਾਮ ਪ੍ਰਾਪਤ ਹੋਵੇ ਤੇ ਫਿਰ ਸੇਵਾ ਕਰਨ ਦਾ ਲਾਭ ਕੀ ਹੈ? ਤੁਹਾਡੇ ਕੋ ਆ ਕੇ ਸੇਵਾ ਕਰਨ ਦਾ ਲਾਭ ਤਾਂ ਹੈ ਨਾ ਵੀ ਜੇ ਪਿੱਛੇ ਨਹੀਂ ਕੁਝ ਲਿਖਿਆ ਤੇ ਫਿਰ ਹੁਣ ਲਿਖ ਦਿਓ, ਇਹ ਸੇਵਾ ਦਾ ਫਲ ਹੈ। ਸੋ ਇਸ ਪ੍ਰਕਾਰ ਕਹਿੰਦੇ ਜਿਹੜਾ ਗੁਰੂ ਆਪਣੇ ਸੇਵਕਾਂ ਨੂੰ ਕੁਝ ਦੇਣ ਜੋਗਾ ਨਹੀਂ ਹੁੰਦਾ, ਫਿਰ ਉਹਦਾ ਕੋਈ ਸਿੱਖ ਵੀ ਨਹੀਂ ਬਣਦਾ। ਜਦੋਂ ਸਿੱਖਾਂ ਦੀ ਜ਼ਰੂਰਤ ਨਹੀਂ ਪੂਰੀ ਕਰ ਸਕਦਾ ਤੇ ਸਿੱਖ ਕੌਣ ਬਣੇਗਾ? ਉਸ ਬੀਬੀ ਦੀ ਢੀਠਤਾਈ ਵੇਖ ਕੇ ਨਾ ਇਹਨੂੰ ਤ੍ਰਿਆ ਹੱਠ ਕਹਿੰਦੇ, ਰਾਜ ਹੱਠ, ਤ੍ਰਿਆ ਹੱਠ ਤੇ ਬਾਲ ਹੱਠ। ਰਾਜੇ ਦਾ ਹੱਠ, ਇਸਤਰੀ ਦਾ ਹੱਠ ਤੇ ਬੱਚੇ ਦਾ ਹੱਠ, ਇਹ 3 ਤਰ੍ਹਾਂ ਦੇ ਹੱਠ ਹੁੰਦੇ ਨੇ। ਹੁਣ ਉਹ ਬੀਬੀ ਢੀਠ ਹੋ ਗਈ ਤੇ ਸਾਰੀ ਸੰਗਤ ਉਹਦੀ ਢੀਠਤਾਈ ਨੂੰ ਵੇਖ ਕੇ ਹੱਸਣ ਲੱਗ ਪਈ ਹੈ। ਸਾਰੀ ਸੰਗਤ ਵੱਲ ਵੇਖ ਕੇ ਤੇ ਉਸੇ ਵਕਤ ਗੁਲਾਬ ਰਾਏ ਨੇ ਕਲਮ ਚੁੱਕ ਲਈ ਹੈ।
ਕਾਗੇ ਰਾਏ ਬੀਬੀ ਦੇ ਬਚਨ ਸੁਣ ਕੇ ਗੁਲਾਬ ਰਾਏ ਹੱਸ ਪਿਆ। ਗੁਰਿਓ ਪੁੱਤਰ ਉਸ ਲਿਖ ਦਇਓ ਨਾਏ। ਉਹਨੇ ਕੀ ਕੀਤਾ ਵੀ ਕਾਗਜ਼ ਤੇ ਨਾ ਲਿਖ ਦਿੱਤਾ ਗੁਰਿਓ, ਵੀ ਤੇਰੇ ਘਰ ਦੇ ਵਿੱਚ ਇੱਕ ਪੁੱਤਰ ਹੋਵੇਗਾ ਤੇ ਉਹਦਾ ਨਾਮ ਗੁਰਿਓ ਹੋਵੇਗਾ। ਏਕ ਮੱਥੋ ਉਨ ਕਾਗਜ਼ ਹਰ ਫਰਿਓ। ਮੱਥਾ ਟੇਕਿਆ ਬੀਬੀ ਨੇ ਤੇ ਕਾਗਜ਼ ਜਿਹੜਾ ਸੀ ਗੁਲਾਬ ਰਾਏ ਕੋਲੋਂ ਲੈ ਲਿਆ ਹੈ। ਕਾਗਜ਼ ਫੜ ਸਿਰ ਉੱਪਰ ਧਰਿਓ। ਉਹ ਕਾਗਜ਼ ਲੈ ਕੇ ਆਪਣੇ ਸਿਰ ਦੇ ਉੱਪਰ ਰੱਖ ਲਿਆ। ਸੋ ਕਾਗਜ਼ ਜਾ ਖੂਬ ਧਰਿਓ ਮੰਦਰ। ਉਹ ਜਿਹੜਾ ਕਾਗਜ਼ ਲਿਜਾ ਕੇ ਤੇ ਆਪਣੇ ਘਰ ਦੇ ਵਿੱਚ ਚੰਗੀ ਤਰ੍ਹਾਂ ਧਿਆਨ ਦੇ ਨਾਲ ਟਿਕਾ ਦਿੱਤਾ ਹੈ। ਭਇਓ ਬੇਟੋ ਉਸ ਇੱਕ ਬਰਸ ਅੰਦਰ। ਇਸ ਤਰ੍ਹਾਂ ਵਾਹਿਗੁਰੂ ਦੀ ਕਿਰਪਾ ਨਾਲ ਉਹਦੇ ਗ੍ਰਹਿ ਵਿਖੇ ਇੱਕ ਪੁੱਤਰ ਨੇ ਜਨਮ ਧਾਰਨ ਕੀਤਾ ਹੈ। ਨਾਮ ਭਵਾਨੀਓ ਉਸ ਕੋ ਧਰਿਓ। ਬੀਬੀ ਨੇ ਕੀ ਕੀਤਾ ਵੀ ਉਹਦਾ ਨਾਮ ਨਾ ਭਵਾਨੀਓ ਰੱਖ ਦਿੱਤਾ। ਇਹਨੇ ਤਾਂ ਕਾਗਜ਼ ਤੇ ਗੁਰਿਓ ਲਿਖਿਆ ਸੀ ਗੁਲਾਬ ਰਾਏ ਨੇ, ਤੇ ਇਹਨੇ ਉਹ ਕਾਗਜ਼ ਵਾਲਾ ਨਾਮ ਵਿਸਾਰ ਦਿੱਤਾ ਤੇ ਪੁੱਤਰ ਦਾ ਨਾਮ ਭਵਾਨੀਓ ਰੱਖ ਦਿੱਤਾ ਹੈ। ਯਹੀ ਸਭ ਮਸ਼ਹੂਰ ਸੋ ਕਰਿਓ। ਤੇ ਆਪਣੇ ਪਹਿਲੇ ਪੁੱਤਰ ਦਾ ਇਹੀ ਜਿਹੜਾ ਨਾਮ ਸੀ ਸਾਰੇ ਲੋਕਾਂ ਵਿੱਚ ਮਸ਼ਹੂਰ ਕਰ ਦਿੱਤਾ ਵੀ ਮੇਰੇ ਪੁੱਤਰ ਦਾ ਨਾਮ ਭਵਾਨੀਓ ਹੈ। ਮਹਿਰੀ ਕੋ ਆਇਓ ਖਿਆਲ। ਇਸ ਬੀਬੀ ਦੇ ਚਿੱਤ ਵਿੱਚ ਫਿਰ ਖਿਆਲ ਆਇਆ ਹੈ। ਗੁਰਿਓ ਲੈਣ ਫਿਰ ਕਰਿਓ ਸਵਾਲ। ਉਹਨੇ ਸੋਚਿਆ ਵੀ ਕਿਉਂ ਨਾ ਇੱਕ ਹੋਰ ਪੁੱਤਰ ਲੈ ਆਵਾਂ। ਭਾਈ ਸਾਹਿਬ ਨੇ ਤਾਂ ਹੀ ਲਿਖਿਆ ਸੀ ਨਾ ਵੀ ਦੇਖ ਚਰਿੱਤਰ ਤਿਆ ਚਤਰ ਕਿਆ ਹੁਨਰ ਗੁਰ ਸੋ ਕੀਨ, ਵੀ ਉਹਨੇ ਆਪਣੇ ਹੁਨਰ ਦੇ ਨਾਲ ਵੀ ਵੇਖੋ ਕਿਵੇਂ ਉਹਨੇ ਠੱਗਿਆ ਗੁਲਾਬ ਰਾਏ ਨੂੰ ਤੇ ਕਿਵੇਂ ਦੋ ਪੁੱਤਰ ਲੈ ਲਏ। ਉਹਨੇ ਤਾਂ ਇੱਕ ਦਾ ਵਾਰ ਦਿੱਤਾ ਤੇ ਤਰੀਕੇ ਨਾਲ ਦੋ ਲੈ ਗਈ। ਉਹਨੂੰ ਖਿਆਲ ਆ ਗਿਆ ਵੀ ਜਿਹੜਾ ਕਾਗਜ਼ ਗੁਰੂ ਨੇ ਭਾਵ ਗੁਲਾਬ ਰਾਏ ਨੇ ਲਿਖਿਆ ਸੀ ਤੇ ਉਹ ਕਾਗਜ਼ ਦੇ ਉੱਤੇ ਪੁੱਤਰ ਦਾ ਨਾਮ ਗੁਰਿਓ ਲਿਖਿਆ ਹੈ। ਸਤਿਗੁਰ ਕਹੀ ਤੁਮ ਗੋਦ ਹੈ ਕੋਏ। ਇਸ ਤਰ੍ਹਾਂ ਫੇਰ ਚਲੀ ਗਈ ਅਨੰਦਪੁਰ ਸਾਹਿਬ ਗੁਲਾਬ ਰਾਏ ਕੋਲ, ਆਖਦੀ ਵੀ ਮੈਨੂੰ ਤੁਸੀਂ ਵਰ ਦਿੱਤਾ ਸੀ ਪੁੱਤਰ ਦਾ ਤੇ ਪੁੱਤਰ ਨਹੀਂ ਮਿਲਿਆ। ਤੇ ਗੁਲਾਬ ਰਾਏ ਨੇ ਉਹਦੀ ਗੋਦ 'ਚ ਪੁੱਤਰ ਵੇਖ ਲਿਆ। ਆਖਦਾ ਵੀ ਫਿਰ ਇਹ ਗੋਦ ਵਿੱਚ ਕੌਣ ਹੈ? ਕਹੀ ਹੈ ਭਵਾਨੀਓ ਸੋਏ। ਆਖਣ ਲੱਗੀ ਜੀ ਇਹ ਤਾਂ ਭਵਾਨੀਓ ਹੈ ਤਾਂ ਮੇਰਾ ਪੁੱਤਰ ਹੈ ਪਰ ਇਹ ਭਵਾਨੀਓ ਹੈ। ਤੁਮ ਆਪਣੋ ਲਿਖਿਓ ਵਾਚੋ ਆਪ। ਕਾਗਜ਼ ਮੂਹਰੇ ਕਰ ਦਿੱਤਾ। ਆ ਪੜੋ ਤੁਸੀਂ ਕੀ ਲਿਖਿਆ ਸੀਗਾ, ਧਿਆਨ ਨਾਲ ਪੜੋ ਵੀ ਤੁਸੀਂ ਕਿਹਾ ਸੀ ਵੀ ਤੇਰੇ ਘਰ ਵਿੱਚ ਗੁਰਿਓ ਪੁੱਤਰ ਹੋਵੇਗਾ। ਭਵਾਨੀਓ ਲਿਖਿਓ ਕਿ ਗੁਰਿਓ ਥਾਪ। ਇਹ ਤੁਸੀਂ ਦੱਸੋ ਵੀ ਕਾਗਜ਼ ਤੇ ਭਵਾਨੀਓ ਲਿਖਿਆ ਕਿ ਗੁਰਿਓ ਲਿਖਿਆ। ਵੀ ਜੇ ਤਾਂ ਭਵਾਨੀਓ ਲਿਖਿਆ ਫਿਰ ਤਾਂ ਮੇਰੇ ਕੋਲ ਇੱਕ ਪੁੱਤਰ ਹੈ, ਪਰ ਜੇ ਗੁਰਿਓ ਲਿਖਿਆ ਤੇ ਇਹਦਾ ਮਤਲਬ ਵੀ ਜਿਹੜਾ ਵਰ ਤੁਸੀਂ ਦਿੱਤਾ ਸੀ ਉਹ ਪੁੱਤਰ ਹਲੇ ਮੇਰੇ ਘਰ ਵਿੱਚ ਹੋਇਆ ਨਹੀਂ। ਸਤਿਗੁਰ ਕਹਿਓ ਹਸ ਮਹਿਰੀ ਚਰਿਤਰ ਹਾਰੀ। ਸਾਧ ਸੰਗਤ ਹੱਸ ਕੇ ਗੁਲਾਬ ਰਾਏ ਕਹਿਣ ਲੱਗਾ ਬੀਬੀ ਤੂੰ ਬੜੀ ਚਰਿੱਤਰਹਾਰੀ ਹੈ, ਭਾਵ ਕਿ ਤੂੰ ਆਪਣੇ ਚਰਿੱਤਰ ਦੇ ਨਾਲ ਨਾ ਹੁਣ ਮੈਨੂੰ ਛਲਣਾ ਚਾਹੁੰਦੀ, ਠੱਗਣਾ ਚਾਹੁੰਦੀ ਹੈ। ਆਖਣ ਲੱਗਾ ਵੀ ਚੱਲ ਠੀਕ ਹੈ ਵੀ ਹੁਣ ਤੇਰੇ ਘਰ ਦੇ ਵਿੱਚ ਦੂਜਾ ਪੁੱਤਰ ਵੀ ਜਨਮ ਲਏਗਾ, ਉਹਦਾ ਨਾਮ ਗੁਰਿਓ ਹੋਵੇਗਾ। ਉਹਨੇ ਹੁਣ ਨਾਮ ਬਦਲ ਲਿਆ। ਪਹਿਲੇ ਦਾ ਨਾਮ ਭਵਾਨੀਓ ਰੱਖ ਲਿਆ ਤੇ ਫਿਰ ਤਰੀਕੇ ਨਾਲ ਦੂਜਾ ਵੀ ਲੈ ਲਿਆ। ਇਸ ਤਰ੍ਹਾਂ ਗੁਲਾਬ ਰਾਏ ਦੇ ਬਚਨਾਂ ਨਾਲ ਉਸ ਬੀਬੀ ਦੇ ਘਰ ਦੇ ਵਿੱਚ ਦੋ ਪੁੱਤਰਾਂ ਨੇ ਜਨਮ ਧਾਰਨ ਕੀਤਾ ਹੈ। ਇਸ ਤਰ੍ਹਾਂ ਉਸ ਬੀਬੀ ਨੇ ਆਪਣੇ ਹੁਨਰ ਦੇ ਨਾਲ ਚਰਿੱਤਰ ਖੇਡ ਕੇ ਗੁਲਾਬ ਰਾਏ ਦੇ ਕੋਲੋਂ ਦੋ ਪੁੱਤਰ ਲੈ ਲਏ ਹਨ। ਭਾਈ ਰਤਨ ਸਿੰਘ ਜੀ ਕਹਿੰਦੇ ਜਿਸ ਬੀਬੀ ਨੇ ਵੀਰ ਗੁਲਾਬ ਰਾਏ ਦੇ ਨਾਲ ਚਰਿੱਤਰ ਖੇਡਿਆ ਉਹ ਇਸ ਤਰ੍ਹਾਂ ਜਾਣੋ ਵੀ ਉਹ ਬੀਬੀ ਤਾਂ ਚਰਿੱਤਰਾਂ ਦਾ ਘਰ ਆ, ਵੀ ਚਰਿੱਤਰ ਖੇਡਣ ਵਾਲੀ, ਕੌਤਕ ਕਰਨ ਵਾਲੀ ਹੈ। ਆਪਣੇ ਹੁਨਰ ਦੇ ਨਾਲ ਉਹਨੇ ਗੁਲਾਬ ਰਾਏ ਨੂੰ ਛੱਡ ਲਿਆ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਇੱਕ ਬਹੁਤ ਵੱਡਾ ਸਵਾਲ ਹੈ ਵੀ ਜੇਕਰ ਕੋਈ ਬੰਦਾ ਇਹ ਸਵਾਲ ਕਰੇ ਵੀ ਗੁਲਾਬ ਰਾਏ ਗੁਰੂ ਕਿਵੇਂ ਬਣਿਆ ਹੈ, ਵੀ ਗੁਲਾਬ ਰਾਏ ਤਾਂ ਗੁਰੂ ਬਣਿਆ ਨਹੀਂ। ਮਹਾਰਾਜ ਕਲਗੀਧਰ ਜੀ ਨੇ ਉਹਨੂੰ ਗੱਦੀ ਨਹੀਂ ਦਿੱਤੀ, ਨਾ ਬੰਦੇ ਬਹਾਦਰ ਨੂੰ ਗੱਦੀ ਦਿੱਤੀ, ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ। ਫਿਰ ਉਹ ਗੁਰੂ ਕਿਵੇਂ ਬਣ ਗਿਆ, ਕਿਵੇਂ ਗੱਦੀ ਲਾ ਕੇ ਬਹਿ ਗਿਆ? ਭਾਈ ਸਾਹਿਬ ਜੀ ਕਹਿੰਦੇ ਹੁਣ ਉਹਨਾਂ ਦੇ ਸਵਾਲ ਦਾ ਜਵਾਬ ਇਹ ਦੇਣਾ ਚਾਹੀਦਾ ਹੈ ਕਿ ਗੁਲਾਬ ਰਾਏ ਗੁਰੂ ਕਿਵੇਂ ਬਣਿਆ ਹੈ। ਜਦੋਂ ਬਹਾਦਰ ਸ਼ਾਹ ਸਰਹੰਦ ਆਇਆ ਹੈ ਉਹਨੇ ਸੁਲੱਖਣੀ ਮਸੰਦ ਨੂੰ ਆਪਣੇ ਪਾਸ ਬੁਲਾਇਆ ਬਹਾਦਰ ਸ਼ਾਹ ਨੇ।
ਆਖਣ ਲੱਗਾ ਵੀ ਜਿਹੜਾ ਸਤਿਗੁਰਾਂ ਦੀ ਅੰਸ਼ ਬੰਸ ਵਿੱਚੋਂ ਮੌਜੂਦ ਹੈ ਮੁਲਾਕਾਤ ਉਸ ਕਰਾ ਦਿਓ ਮੋਹੇ ਤੇ ਮੇਰੀ ਨਾ ਉਹਨਾਂ ਦੇ ਨਾਲ ਮੁਲਾਕਾਤ ਕਰਾ ਵੀ ਜਿਹੜਾ ਗੁਰੂ ਸਾਹਿਬ ਦੀ ਅੰਸ਼ ਬੰਸ ਵਿੱਚੋਂ ਮੈਂ ਉਹਨੂੰ ਮਿਲਣਾ ਚਾਹੁੰਦਾ ਹਾਂ। ਸੁਲੱਖਣੋ ਗੁਲਾਬ ਰਾਈ ਲੈ ਆਇਆ ਜਿਹੜਾ ਸੁਲੱਖਣਾ ਮਸੰਦ ਸੀ ਇਹ ਗੁਲਾਬ ਰਾਏ ਨੂੰ ਲੈ ਕੇ ਆ ਗਿਆ ਹੈ। ਬਹਾਦਰ ਸ਼ਾਹ ਸੋ ਮਿਲਨ ਠਹਿਰਾਇਆ ਬਹਾਦਰ ਸ਼ਾਹ ਦੇ ਨਾਲ ਮਿਲਾਪ ਦਾ ਸਮਾਂ ਉਹਨਾਂ ਨੇ ਮੁਕਰਰ ਕੀਤਾ ਹੈ। ਗੱਦੀ ਸ਼੍ਰੀ ਨਾਨਕ ਬਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਉੱਪਰ ਜੋ ਬਿਰਾਜਮਾਨ ਹੁੰਦੇ ਸਨ ਸਾਹੇ ਉਸੈ ਰਾਮਦਾਸ ਮੁਖੋ ਕਹੈ ਸਮੇਂ ਦੇ ਬਾਦਸ਼ਾਹ ਉਹਨਾਂ ਨੂੰ ਰਾਮਦਾਸ ਕਹਿੰਦੇ ਸਨ। ਜੈਸੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਇਸ ਤਰ੍ਹਾਂ ਨੌਵੇਂ ਪਾਤਸ਼ਾਹ ਜੀ ਤੱਕ ਜਿਹੜੀ ਮਰਿਆਦਾ ਚੱਲਦੀ ਆਈ ਹੈ ਨਾ ਉਹ ਰਾਮਦਾਸ ਕਹਿੰਦੇ ਸਨ ਵੀ ਰਾਮ ਅਕਾਲ ਪੁਰਖ ਵਾਹਿਗੁਰੂ ਦੇ ਦਾਸ ਸੇਵਕ ਹਨ। ਇਸ ਤਰ੍ਹਾਂ 9 ਪਾਤਸ਼ਾਹੀਆਂ ਤੱਕ ਸਮੇਂ ਦੇ ਬਾਦਸ਼ਾਹ ਗੁਰੂ ਨਾਨਕ ਸਾਹਿਬ ਦੀ ਗੱਦੀ ਉੱਤੇ ਬਹਿਣ ਵਾਲੇ ਸੇਵਕਾਂ ਨੂੰ ਰਾਮਦਾਸ ਕਹਿੰਦੇ ਹਨ। ਬਹਾਦਰ ਸ਼ਾਹੇ ਨੇ ਸਤਿਗੁਰ ਕਹੇ ਕੇਵਲ ਇੱਕ ਬਹਾਦਰ ਸ਼ਾਹ ਹੈ ਜਿਹਨੇ ਸਤਿਗੁਰੂ ਲਫ਼ਜ਼ ਗੁਰੂ ਨਾਨਕ ਸਾਹਿਬ ਦੇ ਘਰ ਲਈ ਵਰਤਿਆ ਹੈ। ਪਾਤਸ਼ਾਹੀ ਦੀ ਵਾਵਤ ਜਬ ਤੈ ਭਏ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪਾਤਸ਼ਾਹੀ ਜਿਹੜੀ ਬਹਾਦਰ ਸ਼ਾਹ ਨੂੰ ਦਿੱਤੀ ਹੈ ਫਿਰ ਬਹਾਦਰ ਸ਼ਾਹ ਨੇ ਰਾਮਦਾਸ ਸ਼ਬਦ ਦੀ ਜਗ੍ਹਾ ਤੇ ਸਤਿਗੁਰੂ ਸ਼ਬਦ ਵਰਤਿਆ ਹੈ। ਸੁਲੱਖਣੇ ਭੀ ਮੁਲਾਕਾਤ ਠਹਿਰਾਈ ਇਸ ਪ੍ਰਕਾਰ ਜਿਹੜਾ ਸੁਲੱਖਣਾ ਸੀ ਉਹਨੇ ਗੁਲਾਬ ਰਾਏ ਦੀ ਮੁਲਾਕਾਤ ਬਹਾਦਰ ਸ਼ਾਹ ਨਾਲ ਮੁਕਰਰ ਕੀਤੀ ਹੈ। ਸੁਧ ਆਮਦ ਜਿਮ ਹੋਤੀ ਆਈ ਸਾਧ ਸੰਗਤ ਜੀ ਜਿਸ ਤਰ੍ਹਾਂ ਸ਼ੁਰੂ ਤੋਂ ਇਹ ਗੱਲ ਚੱਲਦੀ ਆਈ ਵੀ ਬਾਦਸ਼ਾਹ ਮਹਾਰਾਜ ਨੂੰ ਮਿਲਣ ਵਾਸਤੇ ਆਉਂਦੇ ਸਨ, ਦੀਵਾਨ ਸਜਦਾ ਸੀ, ਗੁਰੂ ਸਾਹਿਬ ਦਾ ਤਖਤ ਲੱਗਦਾ ਸੀ, ਬਾਦਸ਼ਾਹ ਦਾ ਵੀ ਤਖਤ ਲੱਗਦਾ ਸੀ। ਇਨ ਬਨ ਇਸੇ ਪ੍ਰਕਾਰ ਕਹਿੰਦੇ ਜਿਹੜਾ ਸੁਲੱਖਣਾ ਮਸੰਦ ਉਹਨੇ ਵੀ ਸਾਰਾ ਜਿਹੜਾ ਢੋਂਗ ਸੀ ਉਸੇ ਤਰ੍ਹਾਂ ਰਚ ਦਿੱਤਾ ਹੈ। ਸ਼ਾਹੀ ਦੋ ਉਠ ਖੜ ਹੋਵੇ ਜਦੋਂ ਇਹ ਖਬਰ ਆ ਗਈ ਵੀ ਇਧਰ ਗੁਲਾਬ ਰਾਏ ਵੀ ਸਭਾ ਵਿੱਚ ਆ ਗਿਆ, ਬਾਦਸ਼ਾਹ ਵੀ ਸਭਾ ਵਿੱਚ ਆ ਗਿਆ, ਵੀ ਦੋਨੇ ਜਾਣੇ ਉੱਠ ਕੇ ਖਲੋ ਗਏ। ਮਰਿਆਦਾ ਕੀ ਸੀ ਭਾਈ ਸਾਹਿਬ ਉਹ ਦੱਸਦੇ ਨੇ ਕਿ ਜਦੋਂ ਗੁਰੂ ਸਾਹਿਬ ਜੀ ਦਰਬਾਰ ਵਿੱਚ ਆਉਂਦੇ ਸਨ, ਮਹਾਰਾਜ ਤਖਤ ਤੇ ਬੈਠੇ ਨੇ, ਇਧਰ ਬਾਦਸ਼ਾਹ ਤਖਤ ਤੇ ਬੈਠਾ ਹੁੰਦਾ ਸੀ, ਕਿਉਂਕਿ ਇੱਕ ਦੀਨ ਦੁਨੀਆ ਦੇ ਪਾਤਸ਼ਾਹ ਸਨ, ਇੱਕ ਕੇਵਲ ਦੁਨੀਆ ਦਾ ਬਾਦਸ਼ਾਹ ਸੀਗਾ। ਗੁਰੂ ਸਾਹਿਬ ਦੀਨ ਦੁਨੀਆ ਦੇ ਬਾਦਸ਼ਾਹ ਸਨ। ਪਰ ਜਦੋਂ ਦੋਨੇ ਆਪਸ ਵਿੱਚ ਮਿਲਦੇ ਸਨ ਤੇ ਦੋਨੇ ਜਾਣੇ ਤਖਤ ਤੋਂ ਉੱਠ ਕੇ ਖਲੋ ਜਾਂਦੇ ਸਨ ਅੱਗੇ ਕਦਮ ਕਰ ਆਵੇ ਦੂਵੇ ਤੇ ਦੋਨੇ ਇੱਕ ਇੱਕ ਕਦਮ ਚੱਲਦੇ ਸਨ। ਇੱਕ ਦਾ ਬਾਦਸ਼ਾਹ ਕੋਲ ਤੁਰ ਕੇ ਆਉਂਦਾ ਜਾਂ ਬਾਦਸ਼ਾਹ ਕਿਸੇ ਕੋਲ ਤੁਰ ਕੇ ਜਾਂਦਾ, ਪਰ ਜਦੋਂ ਗੁਰੂ ਸਾਹਿਬ ਮਿਲਦੇ ਸਨ ਇੱਕ ਕਦਮ ਜਿਵੇਂ ਬਾਦਸ਼ਾਹ ਤੁਰਦਾ ਸੀ ਤੇ ਇੱਕ ਕਦਮ ਸਤਿਗੁਰੂ ਤੁਰਦੇ ਹਨ। ਹਾਥ ਜੋੜ ਅੱਗੇ ਕਰੇ ਤੇ ਜਿਹੜੇ ਬਾਦਸ਼ਾਹ ਹੁੰਦੇ ਸਨ ਉਹ ਦੋਨੇ ਹੱਥ ਜੋੜ ਕੇ ਅੱਗੇ ਵਧਦੇ ਸਨ ਗੁਰੂ ਹੱਥ ਮਦ ਹੱਥ ਲਈ ਫਰੇ ਤੇ ਸਤਿਗੁਰੂ ਮਹਾਰਾਜ ਜੀ ਬਾਦਸ਼ਾਹ ਦਾ ਹੱਥ ਆਪਣੇ ਹੱਥ ਦੇ ਵਿੱਚ ਫੜ ਲੈਂਦੇ ਸਨ। ਖੈਰ ਖਰੀਅਤ ਸਤਿਗੁਰ ਪੁੱਛੇ ਤਿਵ ਪੁੱਛੀ ਗੁਲਾਬ ਰਾਏ ਮਹਾਰਾਜ ਫਿਰ ਖੈਰ ਖੈਰੀਅਤ ਪੁੱਛਦੇ ਸਨ, ਬਾਦਸ਼ਾਹ ਦਾ ਹਾਲ ਚਾਲ ਪੁੱਛਦੇ ਸਨ। ਗੁਲਾਬ ਰਾਏ ਨੇ ਸੇਮ ਉਸੇ ਤਰ੍ਹਾਂ ਦਾ ਢੋਂਗ ਕੀਤਾ, ਤਖਤ ਤੇ ਬਹਿ ਗਿਆ, ਉੱਠ ਖਲੋਤਾ, ਇੱਕ ਇੱਕ ਕਦਮ ਅੱਗੇ ਵਧਿਆ। ਬਾਦਸ਼ਾਹ ਨੇ ਹੱਥ ਜੋੜ ਲਏ ਤੇ ਉਹਦਾ ਹੱਥ ਆਪਣੇ ਹੱਥ ਵਿੱਚ ਪਕੜ ਕੇ ਤੇ ਖੈਰ ਪੁੱਛਣ ਲੱਗ ਪਿਆ ਹੈ। ਸ਼ਾਹ ਕਹੀ ਤੁਮ ਦੀਦਾਰ ਤੈ ਕਹਿ ਕੇ ਦੋਏ ਮੁੜ ਜਾਏ ਤੇ ਜਦੋਂ ਸਤਿਗੁਰੂ ਵੀ ਹਾਲ ਪੁੱਛਦੇ ਸਨ ਤੇ ਬਾਦਸ਼ਾਹ ਕਹਿੰਦੇ ਸਨ, ਮਹਾਰਾਜ ਤੁਹਾਡੇ ਦੀਦਾਰ ਹੋ ਗਏ ਤੇ ਤੁਹਾਡੀ ਦੀਦਾਰ ਨਾਲ ਸਾਡੀ ਖੈਰ ਹੈ। ਇੰਨੀ ਗੱਲ ਕਹਿ ਕੇ ਵਾਪਸ ਮੁੜ ਜਾਂਦੇ ਨੇ ਤੇ ਤਖਤਾਂ ਤੇ ਜਾ ਕੇ ਬਹਿ ਜਾਂਦੇ ਹਨ। ਸੋ ਪਈ ਸੁਧ ਆਮਦ ਜਿਮ ਹੋਤੀ ਆਈ ਇਸ ਤਰ੍ਹਾਂ ਜਿਹੜੀ ਸ਼ੁਰੂ ਤੋਂ ਹੀ ਕਹਿੰਦੇ ਇਹ ਜਿਹੜੀ ਮਰਿਆਦਾ ਚੱਲਦੀ ਆਈ ਹੈ ਉਸੀ ਤੋਰ ਤਹਿ ਦਈ ਬਣਾਈ ਤੇ ਸੁਲੱਖਣੇ ਮਸੰਦ ਨੇ ਉਸੇ ਤਰ੍ਹਾਂ ਗੁਲਾਬ ਰਾਏ ਦਾ ਤੇ ਬਾਦਸ਼ਾਹ ਦਾ ਮੇਲ ਬਣਾ ਦਿੱਤਾ ਹੈ। ਚਾਹੇ ਥੋ ਸ੍ਰੀ ਸਤਿਗੁਰ ਕੋ ਸਿੱਖ ਬਹਾਦਰ ਸ਼ਾਹ ਤਾਂ ਮਹਾਰਾਜ ਕਲਗੀਧਰ ਜੀ ਦਾ ਸਿੱਖ ਹੈ ਲਖਨੇ ਕਹਿਓ ਤਿਮ ਮਿਲਿਓ ਬਲੇਖ ਤੇ ਜਿਹੜਾ ਸੁਲੱਖਣਾ ਮਸੰਦ ਸੀ ਉਹਨੇ ਇਸੇ ਪ੍ਰਕਾਰ ਹੀ ਇਹ ਜਿਹੜੀ ਗੱਲ ਕਹਿ ਦਿੱਤੀ ਹੈ, ਉਹਨੇ ਵਿਲੱਖਣ ਗੱਲ ਕਹਿ ਦਿੱਤੀ ਵੀ ਇਹ ਵੀ ਗੁਰੂ ਹੈ। ਹੋਏ ਨ ਚਿੰਤ ਇਮ ਮੰਜੀ ਲਾਈ ਸਾਧ ਸੰਗਤ ਜੀ ਜਦੋਂ ਬਾਦਸ਼ਾਹ ਨੇ ਉਹਨੂੰ ਕਹਿ ਦਿੱਤਾ ਵੀ ਤੂੰ ਗੁਰੂ ਹੈ ਤੇ ਨਿਚਿੰਤ ਹੋ ਕੇ ਇਸ ਪ੍ਰਕਾਰ ਉਹ ਮੰਜੀ ਲਾ ਕੇ ਫਿਰ ਬਹਿ ਗਿਆ ਹੈ। ਤੋ ਇੱਕ ਬਰਸ ਇਮ ਗੁਰਤਾ ਪਾਈ ਭਾਈ ਰਤਨ ਸਿੰਘ ਜੀ ਕਹਿੰਦੇ 2 ਸਾਲ ਨਾ ਐਵੇਂ ਉਹ ਗੁਰਤਾ ਗੱਦੀ ਉੱਤੇ ਬਹਿ ਗਿਆ ਹੈ, ਭਾਵ 2 ਸਾਲ ਗੁਰਤਾ ਗੱਦੀ ਤੇ ਬੈਠਾ ਰਿਹਾ ਹੈ। ਲਖਣੋ ਮਸੰਦ ਕੋ ਪੁੱਤਰੈ ਜੋਈ ਜਿਹੜਾ ਸੁਲੱਖਣਾ ਮਸੰਦ ਸੀ ਉਹਦਾ ਇੱਕ ਅੱਗੋਂ ਪੋਤਰਾ ਹੈ। ਆਖ ਗਇਓ ਥੋ ਰਤਨ ਸਿੰਘ ਪਹਿ ਸੋਈ ਭਾਈ ਰਤਨ ਸਿੰਘ ਜੀ ਕਹਿੰਦੇ ਸੁਲੱਖਣਾ ਮਸੰਦ ਜਿਹੜਾ ਸੀ ਨਾ ਉਹਦਾ ਪੋਤਰਾ, ਭਾਈ ਸਾਹਿਬ ਦਾ ਪਿੰਡ ਸੀਗਾ ਭਾਈ
ਰਤਨ ਸਿੰਘ ਜੀ ਦਾ ਭੜੀ ਪਿੰਡ ਹੈ, ਇੱਧਰ ਕਿਤੇ ਸਰਹੰਦ ਦੇ ਲਾਗੇ ਹੀ ਹੈ, ਭੜੀ ਪਿੰਡ ਹੈ, ਉੱਥੋਂ ਦੇ ਰਹਿਣ ਵਾਲੇ ਸਨ। ਤੇ ਇਹਨਾਂ ਨੂੰ ਮਿਲਣ ਵਾਸਤੇ ਜਿਹੜਾ ਸੁਲੱਖਣਾ ਮਸੰਦ ਸੀ ਉਹਦਾ ਪੋਤਰਾ ਆਉਂਦਾ ਸੀਗਾ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਸੁਲੱਖਣੇ ਮਸੰਦ ਦਾ ਜਿਹੜਾ ਪੋਤਰਾ ਉਹਨੇ ਮੈਨੂੰ ਇਹ ਸਾਰੀ ਗੱਲ ਦੱਸੀ ਹੈ, ਜਿਵੇਂ ਗੁਲਾਬ ਰਾਏ ਦਾ ਮੇਲ ਅੱਗੋਂ ਇਸ ਤਰ੍ਹਾਂ ਹੋਇਆ, ਜਿਵੇਂ ਗੁਲਾਬ ਰਾਏ ਗੱਦੀ ਤੇ ਬੈਠਾ, ਇਹ ਗੱਲ ਉਹਨਾਂ ਤੋਂ ਸੁਣਨ ਨੂੰ ਮਿਲੀ ਹੈ। ਭਾਈ ਹਜੂਰੀ ਉਸਥੋਂ ਨਾਏ। ਸੁਲੱਖਣੇ ਮਸੰਦ ਦਾ ਜਿਹੜਾ ਪੋਤਰਾ ਸੀ ਉਹਦਾ ਨਾਮ ਭਾਈ ਹਜੂਰੀ ਹੈ, ਜਿਹਦੇ ਨਾਲ ਮੇਰਾ ਮੇਲ ਗੇਲ ਹੁੰਦਾ ਰਹਿੰਦਾ ਸੀ। ਹੁਣ ਆਖੀ ਦਈ ਲਿਖਾਏ। ਜਿਵੇਂ ਉਹਨੇ ਮੈਨੂੰ ਸਾਰੀ ਗੱਲ ਦੱਸੀ ਆ, ਉਹ ਸਾਰੀ ਕਥਾ ਮੈਂ ਉਸੇ ਤਰ੍ਹਾਂ ਹੀ ਲਿਖ ਦਿੱਤੀ ਹੈ। ਇਸ ਚੇਲੋ ਅਬ ਸੁਣਨ ਦਾਸ। ਹੁਣ ਭਾਈ ਹਜੂਰੀ ਦਾ ਕੋ ਇੱਕ ਚੇਲਾ ਹੈ ਤੇ ਜਿਹਦਾ ਨਾਮ ਕਹਿੰਦੇ ਸੁਖਣ ਦਾਸ ਹੈ। ਮਿਲਣ ਹਿਲਤ ਹਮ ਹੋਏ ਰਹਿ ਖਾਸ। ਤੇ ਸੁਖਣ ਦਾਸ ਦੇ ਨਾਲ ਵੀ ਮੇਰਾ ਖਾਸ ਮੇਲ ਜੋਲ, ਅਸੀਂ ਇੱਕ ਦੂਜੇ ਨੂੰ ਮਿਲਦੇ ਜੁਲਦੇ ਰਹਿੰਦੇ ਹਾਂ। ਸੁਣੋ ਗੁਲਾਬ ਰਾਏ ਕਹਾਣੀ। ਹੁਣ ਅੱਗੇ ਭਾਈ ਗੁਲਾਬ ਰਾਏ ਦੀ ਹੋਰ ਕਹਾਣੀ ਸਰਵਣ ਕਰੋ। ਜਿਮੋ ਉਨਕੀ ਕੁਲ ਗੁਰਨ ਮਿਲਾਨੀ। ਜਿਸ ਪ੍ਰਕਾਰ ਉਹਨਾਂ ਦੀ ਕੁੱਲ ਗੁਰੂ ਘਰ ਦੇ ਨਾਲ ਮਿਲਦੀ ਹੈ, ਭਾਵੇਂ ਸਾਬਤ ਹੁੰਦਾ ਵੀ ਉਹ ਗੁਰੂ ਸਾਹਿਬ ਦੀ ਅੰਸ਼ ਬੰਸ ਵਿੱਚੋਂ ਹੈ। ਸ੍ਰੀ ਹਰਿ ਗੋਬਿੰਦ ਕੇ ਪੰਜ ਸੁਤ ਸਾਦਰ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਤਿਕਾਰਯੋਗ 5 ਸਾਹਿਬਜ਼ਾਦੇ ਹਨ। ਇੱਥੇ ਦਿੱਤੇ ਦੂਓ ਤੇਗ ਬਹਾਦਰ। ਇਸੇ ਪ੍ਰਕਾਰ ਪਹਿਲਾਂ ਬਾਬਾ ਗੁਰਦਿੱਤਾ ਸਾਹਿਬ ਜੀ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ। ਸੋਰਠਾ ਤੀਜੋ ਅਣੀ ਸੁਰਾਏ। ਰਾਏ ਅਟਲ ਚੌਥੋ ਕਹੈ। ਤੀਜਾ ਅਣੀ ਰਾਏ, ਚੌਥੇ ਬਾਬਾ ਅਟਲ ਰਾਏ ਜੀ ਹਨ। ਸੂਰਜ ਮਲ ਪਿਰਾਏ। ਇਮ ਪਾਚੈ ਸੁਨ ਗਿਨ ਲਖੈ। ਤੇ ਇਸੇ ਪ੍ਰਕਾਰ ਪੰਜਵਾਂ ਜਿਹੜਾ ਭਰਾ ਸੀ ਉਹ ਬਾਬਾ ਸੂਰਜਮਲ ਸੀਗਾ। ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ ਤੇ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ, ਫਿਰ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇੱਕ ਬੇਟੀ ਸੀ ਬੀਬੀ ਵੀਰੋ, ਜਿਹਦੇ 5 ਪੁੱਤਰ ਸਨ, ਜੋ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਨਾਲ ਬਾਬਾ ਸੰਗੋ ਸ਼ਾਹ ਭੰਗਾਣੀ ਦੇ ਵਿੱਚ ਜੰਗ ਵਿੱਚ ਸ਼ਹੀਦ ਵੀ ਹੋਏ ਨੇ। ਮਹਾਰਾਜ ਦਸਵੇਂ ਪਾਤਸ਼ਾਹ ਦੇ ਨਾਲ ਰਹੇ, ਭੂਆ ਦੇ ਪੁੱਤਰ ਲੱਗਦੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ। ਇਸ ਤਰ੍ਹਾਂ ਇੱਕ ਬੇਟੀ ਸੀ 6ਵੇਂ ਪਾਤਸ਼ਾਹ ਜੀ ਦੀ, ਜਿਹਦਾ ਨਾਮ ਬੀਬੀ ਵੀਰੋ ਹੈ। ਤੇ ਸਤਿਗੁਰਾਂ ਦੇ 5 ਸਾਹਿਬਜ਼ਾਦੇ ਹਨ। ਤੋ ਪਈ ਇਹਾਂ ਚਰਨ ਕੀ ਲਿਖਤ ਨ ਲੋਰੀ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਜਿਹੜੇ ਗੁਰੂ ਸਾਹਿਬ ਜੀ ਦੇ 4 ਸਾਹਿਬਜ਼ਾਦੇ ਨੇ, ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹਨਾਂ 4ਾਂ ਦੀ ਅੱਗੋਂ ਮੈਂ ਵਿਆਖਿਆ ਜਿਹੜੀ ਨਹੀਂ ਲਿਖਾਂਗਾ ਵਿਸਥਾਰ ਨਾਲ। ਇੱਕ ਸੂਰਜ ਕੀ ਚਾਹੀਏ ਤੋਰੀ। ਕੇਵਲ ਇੱਕ ਸੂਰਜਮਲ ਦੀ ਜਿਹੜੀ ਅੰਸ਼ ਬੰਸ ਚੱਲੀ ਆਉਂਦੀ, ਮੈਂ ਉਹਦਾ ਜ਼ਿਕਰ ਕਰ ਦਿੰਦਾ ਹਾਂ। ਸੂਰਜ ਮਲ ਕੇ ਦੋਏ ਸੁਤ ਭਏ। ਇਸ ਤਰ੍ਹਾਂ ਸੂਰਜਮਲ ਦੇ ਕਹਿੰਦੇ 2 ਪੁੱਤਰ ਜਿਹੜੇ ਹਨ ਉਹ ਪ੍ਰਗਟ ਹੋਏ ਹਨ। ਗੁਲਾਬ ਰਾਏ ਦੂਜੋ ਸ਼ਾਮ ਚੰਦ ਥਏ। ਹਾਂ, ਥੋੜਾ ਜਿਹਾ ਇੱਥੇ ਭੁਲੇਖਾ ਹੈ। ਜਿਹੜੇ ਬਾਬਾ ਸੂਰਜਮਲ ਜੀ ਸਨ, ਭਾਈ ਕਾਹਨ ਸਿੰਘ ਨਾਭਾ ਦੇ ਅਨੁਸਾਰ ਉਹਨਾਂ ਦੇ ਪੁੱਤਰ ਸਨ ਬਾਬਾ ਦੀਪ ਚੰਦ ਜੀ, ਤੇ ਦੀਪ ਚੰਦ ਦੇ ਅੱਗੋਂ 2 ਪੁੱਤਰ ਸਨ, ਬਾਬਾ ਗੁਲਾਬ ਰਾਏ ਤੇ ਬਾਬਾ ਸ਼ਾਮ ਚੰਦ। ਇਹ ਦੋਨੇ ਜਾਣੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੋਤਰੇ ਸਨ। ਤੇ ਮਾਫ ਕਰਨਾ, ਬਾਬਾ ਸੂਰਜਮਲ ਜੀ, ਬਾਬਾ ਸੂਰਜਮਲ ਜੀ ਦੇ ਅੱਗੋਂ 2 ਪੁੱਤਰ ਗੁਲਾਬ ਰਾਏ ਤੇ ਸ਼ਾਮ ਚੰਦ, ਇਹ ਪੋਤਰੇ ਸਨ ਮਹਾਰਾਜ ਦੇ। ਤੇ ਜਿਹੜਾ ਇਹਨਾਂ ਦਾ ਅੱਗੋਂ ਪੁੱਤਰ ਹੋਇਆ, ਜਿਹਦਾ ਜ਼ਿਕਰ ਗੁਲਾਬ ਰਾਏ ਕਰ ਰਹੇ ਨੇ, ਉਹ ਗੁਲਾਬ ਰਾਏ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੜਪੋਤਰਾ ਸੀਗਾ। ਸੋ ਇਸ ਪ੍ਰਕਾਰ ਬਾਬਾ ਸੂਰਜਮਲ ਜੀ ਦੇ ਘਰ ਦੇ ਵਿੱਚ ਦੀਪ ਚੰਦਰ ਨੇ ਜਨਮ ਲਿਆ, ਤੇ ਦੀਪ ਚੰਦ ਦੇ ਘਰ ਵਿੱਚ ਇਸੇ ਪ੍ਰਕਾਰ ਗੁਲਾਬ ਰਾਏ ਤੇ ਸ਼ਾਮ ਚੰਦ ਨੇ ਜਨਮ ਧਾਰਿਆ ਹੈ। ਗੁਲਾਬ ਰਾਏ ਕੀ ਸਭੀ ਕਹਾਣੀ। ਇਸ ਤਰ੍ਹਾਂ ਭਾਈ ਗੁਲਾਬ ਰਾਏ ਦੀ ਜਿਹੜੀ ਸਾਰੀ ਕਹਾਣੀ ਹੈ, ਜਿਮ ਕਰ ਭਈ ਤਿਮ ਦੈ ਯਗ ਬਖਾਨੀ। ਜਿਸ ਤਰ੍ਹਾਂ ਹੋਈ ਮੈਂ ਉਹ ਸਾਰੀ ਜਿਹੜੀ ਕਥਾ ਹੈ ਤੁਹਾਨੂੰ ਮੈਂ ਪ੍ਰੇਮ ਦੇ ਨਾਲ ਸਰਵਣ ਕਰਾਉਂਦਾ ਹਾਂ। ਦੈ ਯਗ ਬਖਾਨੀ। ਭਾਈ ਰਤਨ ਸਿੰਘ ਜੀ ਕਹਿੰਦੇ ਗੁਲਾਬ ਰਾਏ ਦੀ ਜਿੰਨੀ ਵੀ ਕਹਾਣੀ ਹੈ, ਜੋ ਜਿਸ ਤਰ੍ਹਾਂ ਵਰਤਾਰਾ ਉਹ ਵਰਤਿਆ, ਮੈਂ ਤੁਹਾਨੂੰ ਸਰਵਣ ਕਰਾਉਂਦਾ ਹਾਂ। ਔਰ ਸ਼ਿਆਮ ਚੰਦ ਕੀ ਭੀਸ ਜੋ। ਅੱਗੋਂ ਫਿਰ ਬਾਬਾ ਸ਼ਾਮ ਚੰਦ, ਉਹਨਾਂ ਦਾ ਨਾਮ ਸਿੰਘ ਸੀ ਨਾ। ਬਾਬਾ ਦੀਪ ਚੰਦ ਦੇ ਜਿਹੜੇ ਪੁੱਤਰ ਸਨ ਗੁਲਾਬ ਰਾਏ ਤੇ ਸ਼ਿਆਮ ਚੰਦ, ਤੇ ਫਿਰ ਚੌਥੇ ਥਾਂ ਤੇ ਹੋ ਗਏ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਬਾਬਾ ਸੂਰਜਮਲ ਜੀ, ਬਾਬਾ ਦੀਪ ਚੰਦ ਜੀ। ਉਹਨਾਂ ਦੇ 2 ਪੁੱਤਰ ਸਨ ਗੁਲਾਬ ਰਾਏ ਤੇ ਸ਼ਿਆਮ ਚੰਦ। ਇਸ ਤਰ੍ਹਾਂ ਗੁਲਾਬ ਰਾਏ ਪੜਪੋਤਰਾ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ। ਤੇ ਭਾਈ ਸਾਹਿਬ ਜੀ ਨੇ ਪੋਤਰਾ ਜ਼ਿਕਰ ਕੀਤਾ ਵੀ ਉਹ ਪੋਤਰਾ ਸੀ, ਉਹਨਾਂ ਨੇ ਵਿੱਚ ਨਾਂ ਨਹੀਂ ਲਿਖਿਆ। ਜਿਹੜਾ ਅਸਲ ਪੋਤਰਾ ਸੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦੀਪ ਚੰਦ। ਤੇ ਜਿਹੜਾ ਗੁਲਾਬ ਰਾਏ ਸੀ, ਅੰਮ੍ਰਿਤ ਇਹਨੇ ਵੀ ਛਕ ਲਿਆ ਸੀਗਾ 10ਵੇਂ ਪਾਤਸ਼ਾਹ ਕੋਲੋਂ।
ਤੇ ਜਿਹੜਾ ਸ਼ਾਮ ਚੰਦ ਸੀ ਉਹਨੇ ਵੀ ਅੰਮ੍ਰਿਤਪਾਨ ਕਰ ਲਿਆ ਸੀ, ਤੇ ਦੋਨਾਂ ਦੇ ਨਾਮ ਦੇ ਨਾਲ ਸਿੰਘ ਸ਼ਬਦ ਲੱਗਦਾ ਸੀ, ਗੁਲਾਬ ਸਿੰਘ ਤੇ ਸ਼ਾਮ ਸਿੰਘ। ਤੇ ਭਾਈ ਸਾਹਿਬ ਜੀ ਕਹਿੰਦੇ ਮੈਂ ਦੋਹਾਂ ਦਾ ਭਾਈ ਇੱਥੇ ਜ਼ਿਕਰ ਕਰਾਂਗਾ। ਹਾਂ, ਜਿਹੜਾ ਸ਼ਾਮ ਚੰਦ ਹੈ ਭਾਵ ਸ਼ਾਮ ਸਿੰਘ ਹੈ, ਉਹਨਾਂ ਦੀ ਕੁਲ ਬਾਰੇ ਮੈਂ ਇੱਥੇ ਬਹੁਤਾ ਜ਼ਿਕਰ ਨਹੀਂ ਕਰਾਂਗਾ। ਅੱਗੇ ਜਾ ਕੇ ਇਤਿਹਾਸ ਦੇ ਵਿੱਚ ਜੇ ਕਿਤੇ ਜਗ੍ਹਾ ਹੋਈ, ਜੇ ਕਿਤੇ ਮੌਕਾ ਬਣਿਆ ਤੇ ਲੋੜ ਹੋਈ, ਉੱਥੇ ਮੈਂ ਗੌਰ ਕਰਕੇ ਉਹਨਾਂ ਦਾ ਜ਼ਿਕਰ ਜ਼ਰੂਰ ਕਰ ਦਿਆਂਗਾ, ਬਾਬਾ ਸ਼ਾਮ ਸਿੰਘ ਜੀ ਦੀ ਔਲਾਦ ਦਾ। ਹੁਣ ਅੱਗੇ ਗੁਲਾਬ ਰਾਏ ਦੀ ਜਿਹੜੀ ਕਥਾ ਸਰਵਣ ਕਰੋ। ਜਿਸ ਤਰ੍ਹਾਂ ਉਹਨਾਂ ਦੇ ਸਿਰ ਦੇ ਉੱਪਰ ਇਹ ਜਿਹੜੀ ਕਹਾਣੀ ਸਾਰੀ ਵਰਤੀ ਵਾਪਰੀ ਹੈ। ਜਿਹੜਾ ਗੁਲਾਬ ਰਾਏ ਸੀ ਸੋਢੀਆਂ ਦੇ ਵੰਸ਼ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਦਾ ਪੜਪੋਤਰਾ ਸੀਗਾ, ਤੇ ਹੌਲੀ ਹੌਲੀ ਨਾ ਇਹਨੇ ਆਪਣਾ ਪਸਾਰਾ ਪਸਾਰ ਲਿਆ। ਜਿਵੇਂ ਧੀਰਮਲ ਨੇ ਗੱਦੀ ਲਾ ਲਈ, ਇਦਾਂ ਧੀਰਮਲ ਦੇ ਵਾਂਗੂ ਗੱਦੀ ਲਾ ਕੇ ਤੇ ਇਹਨੇ ਪਸਾਰਾ ਵਧਾ ਲਿਆ ਹੈ। ਘਰ ਦੇ ਵਿੱਚ ਪੁੱਤਰ ਹੋ ਗਏ, ਪੋਤਰੇ ਹੋ ਗਏ, ਤੇ ਗੁਰੂ ਸਾਹਿਬ ਦੀ ਅੰਸ਼ ਬੰਸ ਸੀ ਛੇਵੇਂ ਪਾਤਸ਼ਾਹ ਜੀ ਦੀ। ਤੇ ਸਾਧ ਸੰਗਤ ਜੀ ਕਹਿੰਦੇ ਮਾਇਆ ਵੀ ਬੜੀ ਘਰ ਵਿੱਚ, ਪਦਾਰਥ ਵੀ ਘਰ ਵਿੱਚ ਬੜੇ ਸਨ, ਵੀ ਕਿਸੇ ਪਦਾਰਥ ਦੀ ਕਮੀ ਨਹੀਂ ਸੀ। ਦਲੇਲ ਸਿੰਘ ਉਹ ਜੋਧ ਸਿੰਘ ਦੋ, ਭਾਈ ਦਲੇਲ ਸਿੰਘ ਤੇ ਭਾਈ ਜੋਧ ਸਿੰਘ ਇਹ ਦੋ ਸਿੰਘ ਹਨ। ਇਹ ਦੋਨੇ ਜਾਣੇ ਗੁਲਾਬ ਸਿੰਘ ਦੇ ਪੁੱਤਰ ਸਨ। ਇਸ ਤੋਂ ਇਲਾਵਾ ਇਹਦੇ ਘਰ ਵਿੱਚ ਹੋਰ ਵੀ ਪੁੱਤਰ ਸਨ। ਭਾਈ ਰਤਨ ਸਿੰਘ ਜੀ ਕਹਿੰਦੇ ਜੇ ਮੈਂ ਹੋਰ ਸਾਰਿਆਂ ਦੇ ਤੁਹਾਨੂੰ ਨਾਮ ਦੱਸਦਾ ਹਾਂ। ਭਾਈ ਸਾਹਿਬ ਜੀ ਕਹਿੰਦੇ ਵੀ ਗ੍ਰੰਥ ਬਹੁਤਾ ਜ਼ਿਆਦਾ ਵੱਧ ਜਾਏਗਾ, ਇਸ ਕਰਕੇ ਮੜਕ ਨਾ ਪਈਆ ਵੀ ਆਪਾਂ ਬਹੁਤੀ ਟਿੱਪਣੀ ਆਦਿਕ ਨਹੀਂ ਕਰਦੇ ਉਹਨਾਂ ਬਾਰੇ ਵੀ ਜਿਹੜੇ ਉਹਨਾਂ ਦੇ ਪੁੱਤਰ ਘਰ ਦੇ ਵਿੱਚ ਜਨਮੇ ਹਨ। ਉਹਨਾਂ ਦੀ ਅੰਸ਼ ਦੇ ਵਿੱਚ 18 ਪੁੱਤਰਾਂ ਨੇ ਜਨਮ ਲਿਆ। ਜਿਹੜੇ ਗੁਲਾਬ ਸਿੰਘ ਸਨ ਕਈ ਵਿਆਹ ਉਹਨਾਂ ਨੇ ਕੀਤੇ ਹੋਏ ਸਨ। ਇਸ ਤਰ੍ਹਾਂ ਕਹਿੰਦੇ ਕਈ ਵਿਆਹ ਹੋਣ ਕਰਕੇ 18 ਪੁੱਤਰ ਸਨ, ਕਈ ਕੁਆਰੇ ਰਹਿ ਗਏ ਤੇ ਕਈ ਅੱਗੋਂ ਵਿਆਹੇ ਗਏ ਹਨ। ਏਡਾ ਵੱਡਾ ਪਰਿਵਾਰ ਸੀ ਤੇ ਗੁਲਾਬ ਰਾਏ ਨੂੰ ਹੰਕਾਰ ਵੀ ਬਹੁਤ ਜ਼ਿਆਦਾ ਹੋਇਆ ਹੈ। ਬਹੁਤ ਸਾਰਾ ਦਰਬ ਭਾਵ ਮਾਇਆ ਆਦਿਕ ਪਦਾਰਥ ਉਹਦੇ ਘਰ ਵਿੱਚ ਆਏ ਹਨ। ਹੁਣ ਉਹਨੇ ਮੰਜੀ ਲਾਣੀ ਸ਼ੁਰੂ ਕਰ ਦਿੱਤੀ, ਗੁਰੂ ਬਣ ਕੇ ਬਹਿ ਗਿਆ ਤੇ ਮੇਲੇ ਲਾਣੇ ਸ਼ੁਰੂ ਕਰ ਦਿੱਤੇ। ਵਿਸਾਖੀ ਦਾ ਮੇਲਾ ਲਾ ਲਿਆ, ਦੀਪਮਾਲਾ, ਇਸੇ ਤਰ੍ਹਾਂ ਹੋਲਾ ਮਹੱਲੇ ਦਾ ਸਮਾਗਮ ਕਰਾ ਲਿਆ। ਜਿਵੇਂ ਗੁਰੂ ਸਾਹਿਬ ਸਮਾਗਮ ਕਰਾਉਂਦੇ ਸਨ, ਸਮਾਗਮ ਕਰਾਉਣ ਲੱਗ ਪਿਆ ਹੈ। ਜਦੋਂ ਵੀ ਕੋਈ ਸਮਾਗਮ ਹੁੰਦਾ ਆਨੰਦਪੁਰ ਸਾਹਿਬ ਤੇ 4 ਚਫੇਰੇ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਹਨ। ਮਾਇਆ ਵੇਖ ਕੇ ਇਹਦੀ ਮੱਤ ਜਿਹੜੀ ਸੀ ਉਹ ਫਿਰ ਗਈ, ਬੁੱਧੀ ਭ੍ਰਸ਼ਟ ਹੋ ਗਈ ਹੈ। ਇਉਂ ਕਹਿ ਲੋ ਵੀ ਖੋਟੀ ਘੜੀ ਮਾੜਾ ਸਮਾਂ ਗੁਲਾਬ ਰਾਏ ਦਾ ਆ ਗਿਆ ਹੈ। ਆਪਣੇ ਕੀਤੇ ਹੋਏ ਕਰਮਾਂ ਕਰਕੇ ਨਾ 2 ਸਾਲਾਂ ਵਿੱਚ ਹੀ ਮਰ ਗਿਆ। ਜਦੋਂ ਗੁਰੂ ਬਣ ਕੇ ਬਹਿ ਗਿਆ ਤੇ 2 ਸਾਲਾਂ ਵਿੱਚ ਹੀ ਚੜ੍ਹਾਈ ਕਰ ਗਿਆ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਕੱਲਾ ਗੁਲਾਬ ਰਾਏ ਭਾਵ ਗੁਲਾਬ ਸਿੰਘ ਨਹੀਂ ਮਰਿਆ, ਉਹਦਾ ਟੱਬਰ ਵੀ ਇਸੇ ਤਰ੍ਹਾਂ ਮਰ ਗਿਆ ਹੈ। ਜੋ ਗੁਲਾਬ ਰਾਏ ਨੇ ਕੀਤਾ ਉਹਨੇ ਆਪਣੀ ਕੀਤੀ ਦਾ ਫਲ ਜਿਹੜਾ ਜ਼ਰੂਰ ਪ੍ਰਾਪਤ ਕੀਤਾ ਹੈ। ਇਸ ਤਰ੍ਹਾਂ ਭਾਈ ਇਹ ਗੁਲਾਬ ਰਾਏ ਦੀ ਇੱਕ ਕਥਾ ਹੋਈ ਹੈ। ਅੱਗੇ ਗੁਲਾਬ ਰਾਏ ਦਾ ਇੱਕ ਪ੍ਰਸੰਗ ਹੈ, ਉਹ ਲਿਖਣਗੇ ਵੀ ਮਰਿਆ ਕਿਵੇਂ ਤੇ ਉਹ ਗੁਰੂ ਕਿਉਂ ਬਣਿਆ, ਉਹਦਾ ਕਾਰਨ ਕੀ ਸੀਗਾ ਵੀ ਉਹ ਗੱਦੀ ਲਾ ਕੇ ਬਹਿ ਗਿਆ। ਕਿਉਂਕਿ ਜਦੋਂ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਸੀ ਤੇ ਕਿਸੇ ਉਦਾਸੀ ਸੰਤ ਨੂੰ ਉੱਥੇ ਛੱਡ ਗਏ ਸਨ। 9ਵੇਂ ਪਾਤਸ਼ਾਹ ਜੀ ਦੇ ਸਥਾਨ ਤੇ ਵੀ ਇੱਥੇ ਦੀਪ ਜਗਾਉਣਾ ਹੈ ਤੇ ਤੂੰ ਸੇਵਾ ਸੰਭਾਲਣੀ ਹੈ। ਤੇ ਮਹਾਰਾਜ ਉੱਥੋਂ ਆਪ ਆ ਗਏ ਸਨ। ਅਨੰਦਪੁਰ ਸਾਹਿਬ ਛੱਡ ਕੇ ਮੁੜ ਕੇ ਕਲਗੀਧਰ ਜੀ ਅਨੰਦਪੁਰ ਸਾਹਿਬ ਨਹੀਂ ਗਏ। ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀਗਾ ਉੱਥੇ ਉਹ ਸੇਵਾ ਕਰਦਾ ਸੀ ਸਾਧੂ। ਉਹਦੇ ਨਾਲ ਫਿਰ ਗੁਲਾਬ ਰਾਏ ਦਾ ਮਸਲਾ ਹੋਇਆ ਜਦੋਂ ਇਹ ਗੁਰੂ ਬਣ ਕੇ ਬਹਿ ਗਿਆ। ਆਪਾਂ ਇਹ ਕਥਾ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਹੇ ਗੋਬਿੰਦ ਹੇ ਗੋਪਾਲ हे दयाल लाल प्राणनाथ अनाथ सखे दीन दर्दन
हे समरथ अगम पूरण मोहे मया था अंधकूप महाभयान नानक पारे उतार आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सो उतरे पार जो शरदा कर सेम दे गुर पार उतारण हार जो शरदा कर सेम दे गुर पार उतारण हार वाहिगुरु जी का खालसा वाहिगुरु जी की फतेह।